जब तुसी सेल्फ इंप्रूवमेंट ਦੀ ਜਰਨੀ ਸਟਾਰਟ ਕੀਤੀ ਡਿਡ ਯੂ ਫੀਲ ਕਿ ਤੁਸੀਂ ਬਹੁਤ ਅਲੋਨ ਵੀ ਹੋਣ ਲੱਗ ਗਏ? ਉਹ ਮਹੀਨੇ ਦਾ ਲਾਈਕ 5 to 6 lakhs earn ਕਰ ਰਹੇ ਤੇ ਮੈਂ ਇਦਾਂ ਦੇ ਟ੍ਰੇਨਰਸ ਨੂੰ ਵੀ ਜਾਣਦਾ ਜਿਨ੍ਹਾਂ ਨੂੰ 10-10 ਸਾਲ ਦਾ ਐਕਸਪੀਰੀਅੰਸ ਹੋ ਗਿਆ ਬਟ ਦੇ ਆਰ ਨਾਟ ਏਬਲ ਟੂ ਮੇਕ 30,000 a month। ਆਪਾਂ ਨੇ ਕੱਟ ਆਫ ਕਰਨੇ ਹੁੰਦੇ ਫਿਲਟਰ ਕਰਨੇ ਹੁੰਦੇ ਪੀਪਲ ਬਟ ਐਟ ਦ ਸੇਮ ਟਾਈਮ ਕੁਝ ਟਾਈਮ ਬਾਅਦ ਸਾਨੂੰ ਕੋਈ ਚਾਹੀਦਾ ਵੀ ਹੁੰਦਾ। ਮੈਂ ਸੱਚੀ ਕਹਾਂ ਮੈਂ ਇਹਨੇ ਐਥਲੀਟਸ ਨੂੰ ਮਿਲਿਆ ਜਿਹੜੇ 10 ਸਾਲ ਤੋਂ ਸੇਮ ਖਾਣਾ ਖਾ ਰਹੇ ਨੇ। ਆਪਾਂ ਵੈਸੇ ਅੱਜ ਕੱਲ੍ਹ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਟ੍ਰੇਨਿੰਗਸ ਬੋਡੀ ਬਿਲਡਿੰਗ ਬਾਰੇ ਦੱਸਦੇ हैं। ਤੁਹਾਨੂੰ ਲੱਗਦਾ ਕਿ ਉਹ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹੈ, ਰੀਅਲ ਲਾਈਫ ਡਿਫਰੈਂਟ ਹੈ? ਇਹ ਕਿਉਂਕਿ 90% ਆਫ ਪੀਪਲ ਦੀ ਪ੍ਰੋਬਲਮ ਹੈ ਕਿ ਸਾਈਜ਼ ਐਂਡ ਮॉम्स ਦਾ ਇੱਕ ਰਹਿੰਦਾ ਹੈ ਕਿ ਯਾਰ ਸਾਡਾ ਮੁੰਡਾ ਸਾਨੂੰ ਟਾਈਮ ਨਹੀਂ ਦਿੰਦਾ। ਦੇਖੋ ਉਹ ਵੀ ਆਪਣੀ ਥਾਂ ਠੀਕ ਨੇ ਐਂਡ ਜੇ ਮੈਂ ਕਹਾਂ ਵਨ ਲਾਈਨਰ ਚ ਕਹਾਂ ਇਫ ਆਈ ਡੋਂਟ ਐਕਸਪ੍ਰੈਸ ਇਟਸ ਨਾਟ ਲਾਈਕ ਆਈ ਡੋਂਟ ਫੀਲ। ਕਈ ਲੋਕ ਜਿਮ ਸਟਾਰਟ ਕਰਦੇ ਆ ਬੋਡੀ ਚੇਂਜ ਕਰਨ ਲਈ ਬਟ ਬਿਫੋਰ ਦ ਬੋਡੀ ਟਰਾਂਸਫੋਰਮੇਸ਼ਨ ਤੁਹਾਡੇ ਅੰਦਰ ਆਉਂਦੀ ਹੈ ਮਾਈਂਡਸੈਟ ਦੀ ਟਰਾਂਸਫੋਰਮੇਸ਼ਨ ਜੋ ਕਿ ਤੁਹਾਡੇ ਲਾਈਫ ਸਟਾਈਲ ਰੂਟੀਨ ਤੇ ਉਦੋਂ ਆਉਂਦੀ ਹੈ ਜਦ ਤੁਸੀਂ ਐਕਸਕਿਊਜ਼ਸ ਤੋਂ ਦੂਰ ਨਿਕਲ ਕੇ ਆਪਣੇ ਆਪ ਨੂੰ ਚੁਣਦੇ ਹੋ। ਅੱਜ ਦੇ ਜੋ ਸਾਡੇ ਗੈਸਟ ਨੇ ਮਿਸਟਰ ਅਰਸ਼ਿੰਦਰ ਸਿੰਘ ਉਹ ਸਿਰਫ ਬੋਡੀ ਬਿਲਡਿੰਗ ਦੀ ਨਹੀਂ ਗੱਲ ਕਰਨਗੇ, ਉਹ ਕਰਨਗੇ ਗੱਲ ਕੰਸਿਸਟੈਂਸੀ ਪ੍ਰੋਸੈਸ ਤੇ ਮਾਈਂਡਸੈਟ ਦੀ। ਲੈਟਸ ਟਾਕ ਵਾਟ ਇਟ ਇਜ਼। ਹੈਲੋ ਅਰਸ਼, ਵੈਲਕਮ ਟੂ ਮੁਸਤਾਈ ਸਪੀਚ। ਸਤਿ ਸ਼੍ਰੀ ਅਕਾਲ, ਪਲੇਜ਼ਰ ਟੂ ਕਮ ਹੇਅਰ। ਅਰਸ਼, ਜਦ ਤੁਸੀਂ ਆਪਣੀ ਪੁਰਾਣੀ ਫੋਟੋਜ਼ ਦੇਖਦੇ ਹੋ ਜਾਂ ਆਪਣੇ ਪੁਰਾਣੇ ਵਰਜ਼ਨ ਨੂੰ ਦੇਖਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਰਿਅਲਾਈਜ਼ ਹੁੰਦਾ? ਸਭ ਤੋਂ ਪਹਿਲਾਂ ਮੈਨੂੰ ਕੀ ਰਿਅਲਾਈਜ਼ ਹੁੰਦਾ ਲਾਈਕ ਵਾਟ ਡਿਡ ਯੂ ਫੀਲ ਲਾਈਕ ਕੀ ਸੀਗਾ ਤੁਸੀਂ ਪਹਿਲਾਂ? ਮੈਂ ਥਿੰਕ ਆਈ ਵਾਸ ਅ ਵੈਰੀ ਹੈਪੀ ਗੋਇੰਗ ਕਿਡ। ਮੈਂ ਬਿਲਕੁਲ ਸੀਰੀਅਸ ਨਹੀਂ ਹੁੰਦਾ ਸੀਗਾ, ਬਹੁਤ ਜੋਲੀ ਹੁੰਦਾ ਸੀ, ਐਵਰੀਵਨਸ ਫੇਵਰੇਟ, ਵੈਰੀ ਸੋਸ਼ਲਾਈਟ, ਸੋ ਦੈਟ ਵਾਸ ਦ ਓਲਡ ਮੀ। ਜਦ ਤੁਸੀਂ ਆਪਣੇ ਓਲਡ ਮੀ ਨੂੰ ਦੇਖਦੇ ਹੋ ਤੁਹਾਨੂੰ ਐਮਬੈਰਸਮੈਂਟ ਫੀਲ ਹੁੰਦੀ ਹੈ ਕਿ ਗ੍ਰੈਟੀਟਿਊਡ? not embarrassment but ठीक है, like it was good, that version was also good, it was not like कि मैं regret करता कि मैं उतना सीगा या anything like that। वो भी वधिया सी, that was also good but I'm glad कि I have changed। You like you're better now? Yes, much better। ਤੁਹਾਨੂੰ ਡਿਸਪਲਿਨ ਜਿਮ ਨੇ ਬਣਾਇਆ ਜਾਂ ਪਹਿਲੇ ਤੋਂ ਹੀ ਸੀਗੇ? ਮੈਨੂੰ ਡਿਸਪਲਿਨ ਜਿਮ ਨੇ ਤਾਂ ਨਹੀਂ ਬਣਾਇਆ, ਮੈਂ ਨਹੀਂ ਕਹਿ ਸਕਦਾ ਬਟ there was a point in my life ਜਿਹਦੇ ਬਾਅਦ I got serious about myself। So like discipline ਤੁਸੀਂ ਪਹਿਲਾਂ ਤੋਂ ਨਹੀਂ ਸੀ, ਤੁਹਾਨੂੰ painful situations ਨੇ ਬਣਾਇਆ? Yes, exactly। What were those if you can tell us? Nothing was ਪਹਿਲਾਂ when I started working as a trainer ਵਧੀਆ ਚੱਲ ਰਿਹਾ ਸੀਗਾ, ਨਵਾਂ ਇਨਕਮ ਸਟਾਰਟ ਹੋਈ ਸੀ, ਘੁੰਮ ਫਿਰ ਰਹੇ ਸੀਗੇ, ਸ਼ਿਫਟ ਤੋਂ ਬਾਅਦ ਚੱਲ ਵੀ ਘੁੰਮਣ ਫਿਰਨ ਚੱਲ ਜਾਂਦੇ ਸੀ, ਪਾਰਟੀਜ਼ ਕਰਦੇ ਸੀਗੇ and I'm not serious about my body and it ਵਧੀਆ ਚੱਲ ਰਿਹਾ ਸੀ ਬਟ ਜੇ ਮੈਂ ਉੱਦਾਂ ਕਰਦਾ ਰਹਿੰਦਾ ਮੈਨੂੰ ਨਹੀਂ ਲੱਗਦਾ ਸੀਗਾ ਕਿ ਜਿੱਥੇ ਮੈਂ ਅੱਜ ਹੈਗਾ ਉੱਥੇ ਪਹੁੰਚਦਾ। ਸੋ ਮੈਂ ਟ੍ਰੇਨਿੰਗ ਤੋਂ ਵਾਪਿਸ ਆ ਰਿਹਾ ਸੀ, I met with an accident। Okay। ਸੋ ਮੇਰੀ ਰਾਈਟ ਲੈਗ ਇਜ਼ ਬ੍ਰੋਕਨ। ਉਹਦੇ 'ਚ 1 ਕਰੋੜ 3 ਸਕਰੂ ਤੇ 2 ਪਲੇਟਸ ਪਈਆਂ ਹੋਈਆਂ ਨੇ right now also ਤੇ ਉਸ ਤੋਂ ਬਾਅਦ ਲਾਈਕ 3 ਵੱਡੇ ਸਕਰੂ ਐਂਡ 6 ਛੋਟੇ ਸਕਰੂਸ ਐਂਡ ਉਸ ਤੋਂ ਬਾਅਦ ਵੀ ਤੁਸੀਂ ਯੂ ਆਰ ਕੰਟੀਨਿਊਸਲੀ ਡੂਇੰਗ ਸਟਰੈਂਥ ਟ੍ਰੇਨਿੰਗ ਐਂਡ ਐਵਰੀਥਿੰਗ? ਯੈਸ। ਤੇ ਡਾਕਟਰ ਨੇ ਮਨਾ ਨਹੀਂ ਕੀਤਾ ਤੁਹਾਨੂੰ? ਡਾਕਟਰ ਨੇ ਤਾਂ ਮਨਾ ਕਰਿਆ। ਡਾਕਟਰ ਨੇ ਕਿਹਾ ਸੀਗਾ ਕਿ ਡਾਕਟਰਸ ਵਰਡਸ ਵਰ ਕਿ ਤੁਸੀਂ 1.5 ਸਾਲ ਤੱਕ ਵਿਦਆਊਟ ਸਟਿਕ ਤੁਰ ਨਹੀਂ ਸਕਦੇ। ਐਂਡ 8th month I went to the gym। so for 8 months ਮੈਂ ਬੈੱਡ ਤੇ ਸੀਗਾ। so ਉਸ ਤੋਂ ਬਾਅਦ ਮੈਂ with stick I entered the gym। Okay। yes। so ਉਹਦੀ ਗੱਲ ਹੈ ਮੇਰਾ ਐਕਸੀਡੈਂਟ ਹੋਇਆ ਸੀਗਾ 2022 April। Okay। ਐਂਡ ਮੈਂ ਜਿਮ ਵੜ ਗਿਆ ਸੀਗਾ ਦਸੰਬਰ 'ਚ, so like 7-8 months। quite soon but still। yes। ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਡੀ ਪਰਸਨੈਲਿਟੀ ਸ਼ਿਫਟ ਆਇਆ ਕਿ ਬੋਡੀ ਦਾ ਹੀ? ਨਹੀਂ, ਪਰਸਨੈਲਿਟੀ ਸ਼ਿਫਟ ਮੇਰਾ ਆਇਆ ਸੀ when I started doing body building professionally। Okay। because ਮੇਰੇ ਮਨ 'ਚ ਇਹ ਸੀ ਕਿ I got serious after my accident, right? I started working again। ਮੈਂ ਆਪਣੇ ਕੰਮ ਨੂੰ ਲੈ ਕੇ ਹੋਰ ਸੀਰੀਅਸ ਹੋ ਗਿਆ ਸੀ, ਮੈਂ ਨੌਲੇਜ ਐਕਵਾਇਰ ਕਰਨ ਲਈ ਹੋਰ ਸੀਰੀਅਸ ਹੋ ਗਿਆ ਸੀ, ਮੈਂ ਬਹੁਤ ਜ਼ਿਆਦਾ ਪੜ੍ਹਨਾ ਸਟਾਰਟ ਕਰਤਾ ਸੀਗਾ। ਇਹ ਸਭ ਚੀਜ਼ਾਂ ਨਾਲ ਤੁਹਾਨੂੰ ਇਹ ਵੀ ਫੀਲ ਹੋਇਆ ਕਿ ਲੋਕ ਵੀ ਤੁਹਾਨੂੰ ਜ਼ਿਆਦਾ ਸੀਰੀਅਸਲੀ ਲੈਣ ਲੱਗ ਗਏ? yes exactly because you have to create value, right? so ਤੁਹਾਡੀ ਲਾਈਫ 'ਚ ਤੁਸੀਂ ਕਿਸੇ ਨੂੰ ਜਾਣਦੇ ਹੋ, that is the reason you have the value, or ਜੋ ਤੁਸੀਂ ਹੋ that should be the reason you have the value।
ਅਗਰ ਅਸੀਂ ਤੁਹਾਡੇ 올ਡ ਵਰਜ਼ਨ ਦੀ ਗੱਲ ਕਰੀਏ ਉਹਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਕੰਪਲੀਟਲੀ ਡਿਸਅਪੀਅਰ ਹੋ ਚੁੱਕੀ ਹੈ? ਵੇਸਟਿੰਗ ਟਾਈਮ। ਓਕੇ, ਮਤਲਬ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਟਾਈਮ ਵੇਸਟ ਕਰਦੇ ਸੀਗੇ? ਯੈਸ, ਬਹੁਤ ਜ਼ਿਆਦਾ। ਲਾਈਕ ਔਨ ਵਿਚ ਐਕਟੀਵਿਟੀਜ਼? ਫੋਰ ਐਗਜ਼ਾਮਪਲ, ਜੇ ਮੈਂ ਟੂ ਬੀ ਵੈਰੀ ਓਨੈਸਟ, ਮਾਰਕੀਟ 'ਚ ਖੜ ਕੇ ਆਫਟਰ ਮਾਈ ਸ਼ਿਫਟ ਮਾਰਕੀਟ 'ਚ ਖੜ ਕੇ ਪੈਗ ਪੁਗ ਲਾਣੇ ਐਂਡ ਯੂ ਨੋ ਇੰਜੋਇੰਗ ਵਿਦ ਮਾਈ ਫਰੈਂਡਸ, ਉਹ ਮੈਨੂੰ ਹੁਣ ਵੇਸਟ ਆਫ ਟਾਈਮ ਲੱਗਦਾ। So you have quit drinking or like you have? ਨਹੀਂ, I haven't quit drinking, but quality sessions basically। ਆਰਾਮ ਨਾਲ ਬੈਠੋ, ਮੰਮੀ ਨਾਲ ਬੈਠੋ, ਇੱਕ ਅੱਧੇ ਫਰੈਂਡ ਨਾਲ ਬੈਠੋ, ਹੈ ਨਾ, ਇੱਕ ਵਧੀਆ ਤਰੀਕੇ ਨਾਲ। ਜੇ ਪੀਣੀ, ਪਹਿਲੀ ਗੱਲ ਮੈਂ ਪੀਂਦਾ ਵੀ ਨਹੀਂ ਹੈਗਾ ਜ਼ਿਆਦਾ ਹੁਣ, Okay. ਬਿਕਾਜ਼ ਜੋ ਵੀ ਹੈਗਾ ਇੱਕ ਮਾਈਂਡਸੈਟ, ਇੱਕ ਐਥਲੀਟ ਦਾ ਮਾਈਂਡਸੈਟ ਬਣ ਗਿਆ ਮੇਰਾ, ਰਾਈਟ। ਬਟ ਕੁਆਲਿਟੀ ਟਾਈਮ, ਉਹਨਾਂ ਜਣਿਆਂ ਨਾਲ ਟਾਈਮ ਸਪੈਂਡ ਕਰੋ ਜਿਹੜੇ ਸਾਰੀ ਉਮਰ ਤੁਹਾਡੇ ਨਾਲ ਰਹੋਗੇ। ਸੋ ਵੀ ਆਰ ਟਾਕਿੰਗ ਅਬਾਊਟ ਮਾਈ ਐਕਸੀਡੈਂਟ। ਸੋ ਫॉर ਲਾਈਕ 7-8 ਮੰਥਸ ਮੈਂ ਬੈੱਡ 'ਤੇ ਸੀਗਾ। ਉਸ ਟਾਈਮ 'ਤੇ ਆਈ ਰਿਅਲਾਈਜ਼ਡ ਹੂ ਆਰ ਦ ਰੀਅਲ ਵਨਸ। Okay. ਜਿਨ੍ਹਾਂ ਨਾਲ ਮੈਂ ਬਹੁਤ ਘੱਟ ਮਿਲਦਾ ਸੀ, ਜਿਨ੍ਹਾਂ ਨਾਲ ਯੂ ਨੋ ਹੈਲੋ ਹਾਈ ਸੀ, ਸਾਂਝ ਸੀਗੀ, ਬਟ ਉਹ ਘੁੰਮਣਾ ਫਿਰਨਾ ਐਂਡ ਐਵਰੀਥਿੰਗ, ਉਹ ਚੀਜ਼ ਨਹੀਂ ਸੀ, ਰਾਈਟ। ਦੇ ਸਟੂਡ ਵਿਦ ਮੀ। ਓਕੇ, ਜਿਹੜੇ ਘੱਟ ਸੀਗੇ ਬਟ Yes, ਤੁਹਾਨੂੰ ਉਹਨਾਂ 'ਚ ਵੈਲਿਊ yes। ਨਜ਼ਰ ਆਈ। ਜਿਨ੍ਹਾਂ ਨਾਲ ਮੈਂ ਯੂ ਨੋ ਐਵਰੀ ਸੈਕਿੰਡ ਡੇ ਘੁੰਮਣਾ ਫਿਰਨਾ, ਇੰਜੋਏ ਕਰਨਾ, ਜਿਹਨੂੰ ਮੈਂ ਐਕਚੁਅਲ 'ਚ ਇੰਜੋਇਮੈਂਟ ਸਮਝਦਾ ਸੀ ਉਸ ਟਾਈਮ 'ਤੇ, ਰਾਈਟ, ਦੇ ਵਰ ਨਾਟ ਦੇਅਰ। ਐਂਡ ਟਰਸਟ ਮੀ, ਮੈਂ ਜੇ ਅੱਜ ਕਹਾਂ ਨਾ, ਮੇਰੇ ਉਸ ਟਾਈਮ 'ਤੇ ਜੇ 100 ਫਰੈਂਡ ਸੀ ਫੋਰ ਐਗਜ਼ਾਮਪਲ, ਅੱਜ ਦੀ ਡੇਟ 'ਚ ਮੇਰੇ 100 ਵਿੱਚੋਂ 2 ਰਹਿ ਗਏ ਹੁਣ। ਦਿਸ ਬਿਗ ਸ਼ਿਫਟ। ਯੈਸ। ਤੇ ਤੁਹਾਨੂੰ ਉਦੋਂ ਬਹੁਤ ਬਿਟਰੇਅਲ ਵੀ ਫੀਲ ਹੋਇਆ? ਲਾਈਕ obviously ਇੱਕ ਆਪਣਾ ਸੀਗਾ ਯਾਰ ਦੋਸਤ, he was very close to me and I expected, obviously ਮੈਂ ਨਾਮ ਨਹੀਂ ਲਊਂਗਾ but still I expected a lot। ਹਾਂਜੀ। Do I know her? No, you don't। Okay. So I expected a lot from him ਕਿ ਮਾੜੇ ਟਾਈਮ ਤੇ ਹੋਰ ਕੋਈ ਖੜੇ ਨਾ ਖੜੇ, ਇਹ ਤਾਂ ਆਊਗਾ ਹੀ ਆਊਗਾ, Okay. but he wasn't there। So basically it made me strong emotionally। What reasons did he give you? टाइम नहीं मिले ब्रो, काम ते बिजी सी एंड आई हैव अ कॉर्डियल रिलेशन विद हिम राइट नाउ। हेलो है बट ठीक है। जे मैं कहा मेरी लाइफ से आई हैव कॉर्डियल रिलेशंस विद लाइक 98% ऑफ पीपल अराउंड मी। Who are those 2% of people in your life, if you can name them, or like by relations? मेरे 2-3 यार दोस्त, No. ठीक है, my girlfriend, my mother and obviously my family and my coach। ठीक है। Who all are in your family? मॉम है, सिस्टर है, गर्लफ्रेंड है। She's my family too, right? Yeah. That's it। So you are the only person who is managing the family, or like? ਨਹੀਂ, ਮਤਲਬ ਜਿਵੇਂ ਡੈਡ ਵੀ ਹੈਗੇ ਆ, ਹੀ ਥੋੜ੍ਹੇ ਜਿਹਾ ਵੱਖਰੇ ਰਹਿੰਦੇ ਆ। ਸੋ ਇੱਦਾਂ ਨਹੀਂ ਹੈਗਾ, ਹੀ ਸਪੋਰਟਸ, ਐਟਲੀਸਟ ਹੀ ਸਪੋਰਟਸ ਮਾਈ ਸਿਸਟਰ। Okay. ਯੈਸ। ਬਾਕੀ ਇਟਸ ਲਾਈਕ ਮੋਮ ਇਜ਼ ਆਲਸੋ ਵਰਕਿੰਗ, ਸੋ ਮੈਨੇਜ ਹੋ ਜਾਂਦਾ। ਇੱਦਾਂ ਕੁਝ ਉਹ ਨਹੀਂ ਹੈ ਕਿ ਔਖਾ ਹੈ, ਇੱਕ ਟਾਈਮ ਤੇ ਸੀਗਾ ਬਟ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਬਹੁਤ ਔਖਾ ਹੈ ਐਂਡ ਕੁਛ। Parents are separated? हाँ, मतलब नॉट लीगली बट वक्रे रहते। यस। So like they are taking the responsibility otherwise, but not living together. Emotionally not connected with Yes। your friends. जब तुझे सेल्फ इम्प्रूवमेंट की जर्नी स्टार्ट की थी, डिड यू फील कि तुसी बहुत अलोन भी होने लग गए? हाँ, मतलब ट्रस्ट मी, इफ यू स्टार्ट वर्किंग ऑन योरसेल्फ एंड इफ यू आर टेकिंग योरसेल्फ एज अ प्रायोरिटी, तुसी बहुत कल्ले हो जाते हो, बहुत ज़्यादा। बिकॉज देखो, जे ਅਸੀਂ ਕਹੀਏ ਕਿ ਅਸੀਂ ਜੇ ਰਿਸ਼ਤੇ ਨਿਭਾਉਣ ਵਾਸਤੇ ਸਭ ਤੋਂ ਪਹਿਲਾਂ ਟਾਈਮ ਚਾਹੀਦਾ, ਦੂਜਾ ਪੈਸਾ ਚਾਹੀਦਾ। if you want to meet someone and if you're meeting a particular person regularly, you're going on you know lunch te ja rahe ho, you're going for the movie, you're going on trips, right? Eventually you build up a good relationship with that particular person. Definitely. For that you need free time and for that you need money, Definitely. right? So मैं चैनलाइज कर लिया बेसिकली अपना टाइम ਤੇ ਆਪਣਾ ਪੈਸਾ। ਤੁਸੀਂ ਅੱਜ ਇਮੋਸ਼ਨਲ ਲੈਵਲ ਤੇ ਖੁਦ ਨੂੰ ਕਿੱਥੇ ਰੱਖਦੇ ਹੋ? Very strong। ਐਂਡ ਪੁਰਾਣੇ ਵਰਜ਼ਨ ਚ? I was very emotional। ਹੁਣ ਵੀ ਹੈਗਾ ਬਟ I don't take it ਬਹੁਤ heavy, right? ਹੁਣ ਮੇਰਾ ਥੋੜਾ ਮਾਈਂਡਸੈਟ ਇਦਾਂ ਹੋ ਗਿਆ ਜੇ ਕਿ ਜੇ ਕੋਈ ਕਲੋਜ਼ ਹੈਗਾ, ਜੇ ਨਹੀਂ ਬੁਲਾਣਾ ਨਾ ਬੁਲਾਵੇ, ਕੋਈ ਚੱਕਰ ਨਹੀਂ ਹੈਗਾ।
because doesn't hurt you enough. no, because मैं emotionally independent हो गया, मैं कह सकता. It may be wrong, right? It may be wrong, but it is what it is. It may be wrong in that 2% of people maybe. Yes, yes, But in yes. 98% ਹੁਣ ਜਿਵੇਂ ਮੰਮਾ ਹੈਗੇ ਰਾਈਟ, ਹੁਣ ਮੰਮਾ ਇਕੱਲੇ ਹੈਗੇ ਬਿਕਾਜ਼ ਮਾਈ ਸਿਸਟਰ ਖੁਸ਼ੀ ਉਹ ਹੁਣ ਬੈਂਗਲੌਰ ਪੜ੍ਹਦੀ ਹੈ, ਲਾਈਕ so mom is alone and she expects certain things but ਮੈਂ ਦੇ ਨਹੀਂ ਸਕਦਾ, ਰਾਈਟ. ਉਹ ਗੁੱਸਾ ਹੋ ਜਾਂਦੇ ਆ. like time and all. ਹਾਂ, ਟਾਈਮ ਵੀ ਐਂਡ ਵੈਸੇ ਵੀ ਹੈ ਨਾ, ਬਾਰ-ਬਾਰ ਹਾਲ ਚਾਲ ਪੁੱਛਣੇ ਨੇ ਵੀ, ਜਿਵੇਂ ਹੁਣ ਮਾਵਾਂ ਨੂੰ ਹੁੰਦਾ ਹੈ ਕਿ ਹਾਂ ਬਈ ਮੇਰਾ ਮੁੰਡਾ ਹੈਗਾ, ਰਾਈਟ. ਉਹ ਗੁੱਸਾ ਹੁੰਦਾ ਹੈ ਨਾ. ਇਹ ਵੈਸੇ ਪੋਡਕਾਸਟ ਤੇ ਆਊਗਾ, ਚਲੋ ਕੋਈ ਗੱਲ ਨਹੀਂ. ਮੈਨੂੰ ਉਹ ਨਾ, ਮੈਨੂੰ ਸਮਝ ਨਹੀਂ ਆਉਂਦਾ ਗੁੱਸਾ ਕਿਉਂ ਹੋ ਰਹੇ ਨੇ, ਬਿਕਾਜ਼ ਆਈ ਐਮ ਨਾਟ ਇਨ ਹਰ ਸ਼ੂਜ਼, ਸ਼ੀ ਇਜ਼ ਨਾਟ ਇਨ ਮਾਈ ਸ਼ੂਜ਼, ਰਾਈਟ. ਸੋ ਉਹੀ ਚੀਜ਼ ਹੈ, ਲਾਈਕ ਕੋਈ ਮੇਰੇ ਤੋਂ ਗੁੱਸਾ ਹੁੰਦਾ ਹੈ ਜਾਂ ਕੁਝ ਉਹ ਕਿ ਕੀ ਹੈ ਯਾਰ, ਤੁਸੀਂ ਆਪਣਾ ਕੰਮ ਕਰੋ ਨਾ. ਆਪਣੀ ਮੰਮਾ ਨੂੰ ਇੱਕ ਵਾਰ ਔਨ ਪੋਡਕਾਸਟ ਹੋਲੀ, ਕਾਫੀ ਲੋਕ ਰਿਲੇਟ ਵੀ ਕਰਨਗੇ ਇਸ ਚੀਜ਼ ਨੂੰ, ਕਿ ਕਿਉਂਕਿ 90% ਆਫ ਪੀਪਲ ਦੀ ਪ੍ਰੋਬਲਮ ਹੈ ਕਿ ਸਾਈਜ਼ ਐਂਡ ਮॉम्स ਦਾ ਇੱਕ ਰਹਿੰਦਾ ਹੈ ਕਿ ਯਾਰ ਸਾਡਾ ਮੁੰਡਾ ਸਾਨੂੰ ਟਾਈਮ ਨਹੀਂ ਦਿੰਦਾ, ਮਿਲਦਾ ਨਹੀਂ, ਗੱਲ ਨਹੀਂ ਕਰਦਾ. ਨਹੀਂ ਦੇਖੋ, ਉਹ ਵੀ ਆਪਣੀ ਥਾਂ ਠੀਕ ਨੇ, ਰਾਈਟ. ਇਟਸ ਐਂਡ ਜੇ ਮੈਂ ਕਹਾਂ ਕਿ ਇੱਕ ਇੱਕ ਵਨ ਲਾਈਨਰ ਚ ਕਹਾਂ, if I don't express, it's not like I don't feel. So it is a message for every mother out there ਕਿ ਜੇ ਐਕਸਪ੍ਰੈਸ ਨਹੀਂ ਵੀ ਕਰ ਰਹੇ ਬਟ ਤੁਹਾਡਾ ਬੱਚਾ ਤੁਹਾਨੂੰ ਪਿਆਰ ਬਹੁਤ ਕਰਦਾ ਹੈ. ਕਿਉਂਕਿ ਪਤਾ ਕੀ ਹੈ, ਹੁਣ ਜਿਵੇਂ ਸਾਡੇ ਵਰਗੇ ਹੁੰਦੇ, ਰਾਈਟ. ਦੇਖੋ ਕਿਹੜਾ ਗਾਣਾ ਹੈਗਾ ਕਿ ਕਹਿੰਦੇ ਜੇ ਘਰੋਂ ਤਗੜੇ ਨਹੀਂ ਹੈਗੇ ਤੇ ਘਰ ਦੇ ਤਗੜੇ ਬਣਾ ਲਓ, ਰਾਈਟ. ਸੋ ਫॉर ਲਾਈਕ 7 to 8 years ਆਪਣੀ ਲਾਈਫ ਤੇ ਮੈਂ ਇਹ ਕਹਿਣਾ, ਜੇ ਤੁਸੀਂ ਇੱਕ ਇੰਕਰੀਮੈਂਟ ਦੇਣਾ ਜਾਂ ਫਿਰ ਤੁਸੀਂ ਆਪਣੀ ਇੱਕ ਫੈਮਿਲੀ ਸਟੇਟਸ ਨੂੰ ਲੈਵਲ ਅਪ ਕਰਨਾ ਹੈ, ਰਾਈਟ, ਫॉर 7-8 years ਬੌਕਸ ਲਾਈਫ ਜੀਣੀ ਪਊਗੀ. ਉਹ ਜੀਣੀ ਪਊਗੀ. ਵਾਟ ਇਜ਼ ਬੌਕਸ ਲਾਈਫ? ਬੌਕਸ ਲਾਈਫ ਇਜ਼ ਹੈਵਿੰਗ ਅ ਰੂਟੀਨ. ਛੋਟੇ ਛੋਟੇ ਏਮਸ ਬਣਾਓ, ਪੂਰੇ ਕਰੋ, ਠੀਕ ਆ. ਹੁਣ ਫॉर ਐਗਜ਼ਾਮਪਲ ਤੁਸੀਂ ਲਾ ਕੇ ਚੱਲੋ, ਆਈ ਸਟਾਰਟਿਡ ਮਾਈ ਬੋਡੀ ਬਿਲਡਿੰਗ in August 2024. Like I met Nakul sir June 2024 June ਚ. So ਮੈਂ ਪਹਿਲਾਂ ਤੋਂ ਜਿਮਿੰਗ ਕਰਦਾ ਸੀਗਾ, ਮੈਂ ਉਦਾਂ ਹੀ ਤਗੜਾ ਸੀ ਬਿਕੋਜ਼ ਸਟਾਰਟਿੰਗ ਤੋਂ ਮੈਨੂੰ ਸੀ ਕਿ ਆਈ ਨੀਡ ਟੂ ਬੀ ਸਟਰੋਂਗ, ਹੈ ਨਾ. ਸੋ ਮੈਂ ਤਾਂ ਫੁੱਲ ਫੋਕ ਚ ਮੈਂ ਕਿਹਾ ਚੱਲ ਬਈ ਆਪਣਾ ਬੋਡੀ ਉਡੀ ਤਾਂ ਜਿਹੜੀ ਆ ਉਹ ਕੋਚ ਨੂੰ ਮਿਲਣ ਚੱਲਿਆ, ਮੈਂ ਕਿਹਾ ਇੰਪ੍ਰੈਸ ਹੋ ਜਾਊਗੇ ਉਹ. ਚੱਲ ਬਈ ਜਿਮ ਦੇ ਵਿੱਚ ਕਹਿੰਦੇ ਟੀ-ਸ਼ਰਟ ਉਤਾਰੋ, ਦਿਸ ਇਜ਼ ਦ ਰੀਅਲ ਇਨਸੀਡੈਂਟ. ਟੀ-ਸ਼ਰਟ ਉਤਾਰੋ, ਮੈਂ ਉਤਾਰੀ ਟੀ-ਸ਼ਰਟ ਤੇ ਐ ਫੜ ਕੇ ਮੈਨੂੰ ਢਿੱਡ ਜਾ ਫੜ ਕੇ ਮੇਰਾ, ਇਹ क्या है कहते इसको पहले कम करो. ओके. मैं कहा अच्छा ठीक है सर. उस टाइम पे मैं थोड़ा ईगो ਤੇ ਲੈ ਗਿਆ, ਮੈਂ ਕਿਹਾ ਚੱਲ. ਤੇ ਸਰ ਨੇ ਥੋੜਾ ਜਿਹਾ ਗਾਈਡ ਕੀਤਾ ਉਸ ਟਾਈਮ. I followed. I lost around 12-13 kilos. In how much time? Like 2 months. 2 months? Like what was your routine? I really want to. पता ਕੀ ਹੈ, ਮੇਰਾ ਸਟਾਰਟਿੰਗ ਤੋਂ ਜੋ ਜਨਰ ਆਫ ਵਰਕਆਊਟ ਏਰੀਆ, ਬਿਕਾਜ਼ I was into power lifting. Okay. Right. So ਮੇਰਾ ਸੀਗਾ ਕਿ ਖਾਓ, ਸਟਰੈਂਥ ਗੇਨ ਕਰੋ ਜਿੰਨੀ ਕਰਨੀ ਹੈ, ਤਗੜੇ ਹੋ. ਕਿਉਂਕਿ ਬਚਪਨ ਤੋਂ ਮਾਈਂਡਸੈਟ ਇਹ ਰਹਿ ਗਿਆ ਕਿ ਕਿ ਬਈ ਆਈ ਨੀਡ ਟੂ ਪ੍ਰੋਟੈਕਟ ਮਮ, ਆਈ ਨੀਡ ਟੂ ਮੈਂ ਤਗੜਾ ਹੋਣਾ ਹੈ, ਮੈਂ ਉਹ ਸਾਂਭਣਾ ਉਹਨਾਂ ਨੂੰ. ਮੈਂ ਵੈਸੇ ਵੀ ਮੈਨੂੰ ਸੀਗਾ ਸਬਕੌਂਸ਼ੀਅਸਲੀ ਤੁਹਾਡੇ ਅੰਦਰ ਫੀਡ ਹੋ ਚੁੱਕਾ ਸੀ. ਹਾਂ, ਕਾਈਂਡ ਆਫ. ਮੈਨੂੰ ਵੈਸੇ ਵੀ ਸੀਗਾ ਕਿ ਚੱਲ ਬਈ ਮਤਲਬ ਹਰ ਇੱਕ ਮੁੰਡੇ ਨੂੰ ਹੁੰਦਾ ਕਿ, ਐਂਡ ਚਲੋ ਮੇਰੇ ਜੈਨੇਟਿਕਸ ਵੀ ਕੁਝ ਇੱਦਾਂ ਦੇ ਹੈਗੇ, ਮੈਂ ਐਪੇਟਾਈਟ ਇਜ਼ ਆਲਸੋ ਦਿਸ ਵੇ, ਐਂਡ ਸਟਾਰਟਿੰਗ ਤੋਂ ਇੱਕ ਤਰ੍ਹਾਂ ਨਾਲ ਮੇਰਾ ਪੈਸ਼ਨ ਵੀ ਰਿਹਾ ਇਹ ਚੀਜ਼, ਹੈ ਨਾ. ਸੋ ਮੈਂ ਸਟਾਰਟਿੰਗ ਤੋਂ ਲਾਈਕ ਕੰਪਾਊਂਡ ਮੂਵਮੈਂਟਸ, ਫॉर एग्जांपल डेडलिफ्ट्स हो गया, स्क्वाट्स हो गया, ओवरहेड प्रेसेस हो गए, मैं अपनी जिम लाइफ ਦੇ ਪਹਿਲੇ 3-4 ਸਾਲ ਸਿਰਫ ਤੇ ਸਿਰਫ ਕੰਪਾਊਂਡ ਮੂਵਮੈਂਟਸ ਲਈ ਹਨ. Okay. And like at the age of 19 I used to deadlift like 210-215 kilos. That's huge. Yeah. And this number increased. And I was selected for nationals powerlifting. ਉਸ ਤੋਂ ਅਗਲੇ ਦਿਨ ਹੀ ਮੇਰਾ ਐਕਸੀਡੈਂਟ ਹੋਇਆ ਸੀ. Okay. Yes. Competition ਤੋਂ ਬਾਅਦ? ਨਹੀਂ, competition ਤੋਂ ਪਹਿਲਾਂ, when I got the call ਕਿ ਬਈ ਹਾਂ like I'm selected, so ਉਸ ਤੋਂ ਬਾਅਦ ਇਹ ਤਾਂ ਹੋਰ ਡਿਸਹਾਰਟਨਿੰਗ ਹੋ ਗਿਆ ਹੋਣਾ ਤੁਹਾਡੇ ਲਈ. ਪਰ ਠੀਕ ਹੈ, ਜੋ ਹੁੰਦਾ ਵਧੀਆ ਹੀ ਹੁੰਦਾ. ਸੋ ਜਿਹੜਾ ਉਹ 8 ਮਹੀਨੇ 7-8 ਮਹੀਨੇ ਸੀਗੇ ਬੈਠ ਤੇ, ਲਾਈਕ ਆਈ ਸਟੱਡੀਡ ਅ ਲੋਟ. ਮੈਂ ਆਪਣੀ ਸਕਿੱਲਸ ਬਹੁਤ ਜ਼ਿਆਦਾ ਇੰਪਰੂਵ ਕਰੀਆਂ. ਤੇ ਇੱਕ ਚੀਜ਼ ਮੈਂ ਕਹਾਂਗਾ ਐਜ਼ ਅ ਟ੍ਰੇਨਰ,
it is not like कि भाई जिन्हों सब तो ज़्यादा knowledge है सब तो ज़्यादा कमाऊगा. Nothing like that. It is more about marketing. ये चीज़ मैं जिन्ने मैं पढ़े हैं लाइक पॉडकास्ट देखे हैं, इंटरव्यूज सुने, राइट, एंड ਜਿਹੜੇ ਪਰਸਨਲ ਲੈਵਲ ਤੇ ਕਾਫੀ ਆਈ ਐਮ ਇਨਟੂ ਦਿਸ ਇੰਡਸਟਰੀ, ਸੋ ਜਿਨ੍ਹਾਂ ਨਾਲ ਗੱਲ ਕੀਤੀ ਹੈ, ਇਹ ਚੀਜ਼ ਮੈਨੂੰ ਅੰਡਰਸਟੈਂਡ ਹੋ ਗਈ ਕਿ ਇਫ ਯੂ ਵਾਂਟ ਟੂ ਅਰਨ ਐਜ਼ ਅ ਟ੍ਰੇਨਰ, ਇਟ ਇਜ਼ ਨਾਟ ਲਾਈਕ ਕਿ ਨੌਲੇਜ ਇਜ਼ ਦ ਓਨਲੀ ਵੇ ਆਊਟ. ਸੋ ਮਾਰਕੀਟਿੰਗ ਬਹੁਤ ਇੰਪੋਰਟੈਂਟ ਹੈ. ਆਈ ਨੋ ਪੀਪਲ ਜਿਨ੍ਹਾਂ ਨੇ ਇੱਕ ਵੀ ਸਰਟੀਫਿਕੇਸ਼ਨ ਨਹੀਂ ਕੀਤੀ ਬਟ ਦੇ ਆਰ ਅਰਨਿੰਗ ਗੁੱਡ ਅਮਾਊਂਟ ਆਫ ਮਨੀ. ਜੇ ਅੱਜ ਕੋਈ ਪਰਸਨਲ ਟ੍ਰੇਨਿੰਗ ਵਾਲੇ ਸੈਗਮੈਂਟ ਐਜ਼ ਅ ਕਰੀਅਰ ਵਾਈਜ਼ ਜਾਣਾ ਚਾਹੁੰਦਾ ਹੈ, ਯੈਸ, ਤੇ ਉਹਦੇ ਵਿੱਚ reality of money earning ਕੀ ਹੈ? ਮਤਲਬ what do you think? Is it a good career money wise or like okayish? See, ਜੇ ਮੈਂ ਕਹਾਂ, so it's a skill based job, right? So skill based job 'ਚ ਇਹ ਹੁੰਦਾ ਹੈ ਕਿ there is no limitation. ਤੁਸੀਂ ਇੱਥੇ ਵੀ ਜਾ ਸਕਦੇ ਹੋ, ਮੋਨੇਟਰੀ ਐਸਪੈਕਟ ਤੋਂ ਤੁਸੀਂ ਇੱਥੇ ਵੀ ਆ ਸਕਦੇ ਹੋ. Okay. ਠੀਕ ਹੈ. ਸੋ ਪਹਿਲਾਂ ਦੇਖੋ, ਜੇ ਤੁਸੀਂ ਮੈਂ ਗੱਲ ਕਰਾਂ ਫਲੋਰ ਟ੍ਰੇਨਰ ਦੀ, ਰਾਈਟ, ਖੜ ਕੇ ਤੁਸੀਂ ਪੀਟੀ ਕਿਵੇਂ ਕਢਾਣੀ ਹੈ ਕਲਾਇੰਟ ਤੋਂ, ਕਿਵੇਂ ਪੈਸੇ ਕੱਢਣੇ ਹੈ, that's business. that is business, that is a skill. It has no relation with how much knowledge you have as a trainer. Definitely. Right? So it is a marketing skill. Right? so ਮੈਂ ਇੱਦਾਂ ਦੇ ਵੀ ਟ੍ਰੇਨਰਸ ਨੂੰ ਜਾਣਦਾ ਜਿਹੜੇ being a trainer, online trainer plus floor PTs plus XYZ ਜੋ ਵੀ ਹੈ, ਉਹ ਮਹੀਨੇ ਦਾ like 5 to 6 lakhs earn ਕਰ ਰਹੇ ਨੇ. ਤੇ ਮੈਂ ਇੱਦਾਂ ਦੇ ਟ੍ਰੇਨਰਸ ਨੂੰ ਵੀ ਜਾਣਦਾ ਜਿਨ੍ਹਾਂ ਨੂੰ 10-10 ਸਾਲ ਦਾ ਐਕਸਪੀਰੀਅੰਸ ਹੋ ਗਿਆ ਬਟ ਦੇ ਆਰ ਨਾਟ ਏਬਲ ਟੂ ਮੇਕ 30,000 a month. Oh my god, that's big difference. Yes. ਉਹਦੇ ਪਿੱਛੇ ਦਾ ਰੀਜ਼ਨ ਪਤਾ ਕੀ ਹੈ? ਉਹਦੇ ਪਿੱਛੇ ਦਾ ਰੀਜ਼ਨ ਇਹ ਹੈ ਕਿ ਸਾਡੀ ਫੀਲਡ ਵਿੱਚ ਹੁਣ ਵੀ ਇੱਦਾਂ ਹੈਗਾ ਕਿ 80% ਆਫ ਦ ਕਰਾਊਡ, ਰਾਦਰ 90% ਆਫ ਦ ਕਰਾਊਡ ਇਸ ਬੋਡੀ ਬਣ ਗਈ, ਇੱਕ ਅੱਧੀ ਸਰਟੀਫਿਕੇਸ਼ਨ ਕਰੋ, ਚਲੋ ਵੀ ਟ੍ਰੇਨਰ ਲੱਗ ਗਏ. ਓਕੇ. ਬਟ ਜਿਹੜਾ ਨੌਲੇਜੇਬਲ ਟ੍ਰੇਨਰਸ ਨੇ ਨਾ, ਉਹ ਸਿਰਫ 5 ਤੋਂ 10% ਹੈ. ਤੁਸੀਂ ਆਪਣੀ ਟ੍ਰੇਨਿੰਗ ਜਾਣੀ ਕਦੋਂ ਸਟਾਰਟ ਕੀਤੀ? ਆਨਲਾਈਨ ਟ੍ਰੇਨਿੰਗਸ, ਐਨੀਥਿੰਗ ਲਾਈਕ ਕਦੋਂ ਸੋਚਿਆ ਕਿ ਟ੍ਰੇਨਿੰਗ ਦੇਣੀ ਹੈ? ਦੇਖੋ, ਕਾਲਜ ਟਾਈਮ ਤੋਂ ਹੀ ਆਈ ਵਾਸ ਗਿਵਿੰਗ ਟ੍ਰੇਨਿੰਗਸ, ਇੱਕ ਦੋ, ਰਾਈਟ, ਪਰਸਨਲ ਲੈਵਲ ਤੇ ਕਿ ਚੱਲ ਵੀ ਪਲਾਨ ਬਣਾ ਕੇ ਦੇਤਾ ਹੈ ਨਾ, ਕਿਸੇ ਤੋਂ 1000 ਲਿੱਤਾ ਹੈ, 1500 ਲਿੱਤਾ ਹੈ ਕਾਲਜ ਤੇ, ਹੈ ਨਾ. ਬਟ ਜਦ ਕੋਵਿਡ ਹੋਇਆ, ਕੋਵਿਡ 'ਚ ਆਈ ਸਟਾਰਟਡ ਗਿਵਿੰਗ ਟ੍ਰੇਨਿੰਗਸ ਮੋਰ. Okay. So basically मैं professionally journalism च जाना सी, but COVID happened, so that was blessing in disguise. So was it survival instinct or opportunity spotting? And that's what I'm saying, that was blessing in disguise. ਮੈਨੂੰ ਪਤਾ ਲੱਗ ਗਿਆ because ਇੱਕ mindset ਹੁੰਦਾ ਨਾ ਕਿ ਉਸ ਟਾਈਮ ਤੇ ਇਹ ਸੀਗਾ ਕਿ being a trainer ਇੱਕ social dignity ਨਹੀਂ ਹੈਗੀ, ਇੱਕ ਤੁਸੀਂ income ਜਿਹੜੀ ਹੈਗੀ ਉਹ ਘੱਟ ਹੁੰਦੀ ਆ. ਬਟ ਜਦ ਮੈਂ online training start ਕੀਤੀ, ਮੈਂ ਵਧੀਆ ਯਾਰ, ਇਹ ਤਾਂ ਗੁੱਡ ਮਨੀ ਬਣ ਰਿਹਾ, ਗੁੱਡ ਮਨੀ ਹੈ ਇਹ ਤਾਂ. ਠੀਕ ਹੈ, ਤੇ ਗੁੱਡ ਮਨੀ ਉਸ ਟਾਈਮ ਸੀ, ਬਟ ਜਿਹੜੀ ਮੇਰੀ ਫਰਸਟ ਪੇ ਸੀ, ਟਰਸਟ ਮੀ, that was 6,000. Okay. as a trainer, as a floor trainer, that was 6,000. ਠੀਕ ਹੈ. ਤੇ ਜੇ ਮੈਂ ਗੱਲ ਕਰਾਂ ਅੱਜ ਦੀ ਰੇਟ 'ਚ, when I go out, ਮੈਂ 5-6,000 ਲਾਈਕ ਬੈਨੇ ਆਪਾਂ ਲੰਚ ਤੇ ਜਾਂਦੇ ਆ, ਲੱਗ ਜਾਂਦਾ 5-6,000 ਵੀ ਲੱਗ ਗਿਆ ਨਾ ਫਰਕ. ਸੋ it took me around 5 years, like 4 years, per month 6,000 ਤੇ ਮੌਕੇ ਤੇ 6,000 ਖਰਚਣ 'ਚ. ਬਿਗ ਡਿਫਰੈਂਸ. ਯੈਸ, ਤੇ ਚੀਜ਼ ਹੈ. ਬਟ ਮੇਰਾ ਜਿਹੜਾ ਇੰਕਰੀਮੈਂਟ ਹੋਇਆ ਸੀ ਨਾ, ਇਹ ਹੁਣ ਟੱਚਵੁੱਡ ਬਾਬੇ ਦੀ ਕਿਰਪਾ ਹੈਗੀ ਹੈ, ਆਈ ਐਮ ਵਰਕਿੰਗ ਆਲਸੋ ਨੇ ਨਾ ਸਾਰਾ ਕੁਛ. ਜਿਹੜੀ ਇੰਕਰੀਮੈਂਟ ਹੈ ਨਾ, ਦੈਟ ਹੰਗਰ, ਨਾਟ ਪ੍ਰੋਫੈਸ਼ਨਲੀ ਬਟ ਕਿ ਮੈਂ ਕੁਛ ਬਣਨਾ ਆ, that started after that accident. The one. Yes, because ਉਸ time ਤੋਂ ਬਾਅਦ every 6 months I am seeing growth. ਉਸ ਤੋਂ ਬਾਅਦ it was stagnant. ਤੁਹਾਨੂੰ ਕੀ ਲੱਗਦਾ ਵੈਸੇ ਮੋਨੇਟਰੀਲੀ ਭੁੱਖ ਹੋਣਾ ਗਲਤ ਚੀਜ਼ ਹੈ ਕਿ ਸਹੀ ਚੀਜ਼ ਹੈ? ਹੋਣੀ ਚਾਹੀਦੀ ਹੈ, ਇਟਸ ਮੋਸਟ ਇੰਪੋਰਟੈਂਟ. ਮੈਂ ਸੱਚੀ ਕਹਾਂ, ਦੇਖੋ ਸਿੱਧੀ ਗੱਲ ਹੈ, ਮੈਂ ਮੂੰਹ ਤੇ ਕਹਿੰਦਾ, ਆਈ ਐਮ ਵੈਰੀ ਸਟ੍ਰੇਟ ਫਾਰਵਰਡ ਪਰਸਨ. ਮੈਨੂੰ ਕਾਫੀ ਲੋਕੀ ਰੂਡ ਵੀ ਕਹਿੰਦੇ ਨੇ, ਈਵਨ ਮਾਈ ਫੈਮਿਲੀ ਸੇਜ਼ ਕਿ ਬਈ ਮੈਂ ਬਹੁਤ ਰੂਡ ਆ. ਸੀ, ਜੇ ਤੁਸੀਂ ਆਪਣੀ ਫੈਮਿਲੀ ਦੀ ਰਿਕੁਆਇਰਮੈਂਟਸ ਪੂਰੀ ਕਰ ਰਹੇ ਹੋ, ਹੈ ਨਾ, ਜੇ ਤੁਸੀਂ ਜੋ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹ ਦਿਲਾ ਰਹੇ ਹੋ, ਜੇ ਇਫ ਯੂ ਆਰ ਪੇਇੰਗ ਆਫ ਬਿਲਸ, ਰਾਈਟ, your family will respect you. Your family will love you if you're not doing it, because love is inevitable, right? Or the obviously
ਤੁਹਾਡੀ ਫੈਮਿਲੀ ਤੁਹਾਨੂੰ ਕਰੂਗੀ, ਹੈ ਨਾ। ਬਟ ਯਾਰ ਜੇ ਮੈਂ 26 ਸਾਲ ਦੀ ਉਮਰ 'ਚ ਹੁਣ ਵੀ ਮੈਂ ਮੰਮੀ ਨੂੰ ਕਹਾਂ ਮੰਮੀ ਮੈਂ ਮਰ ਜਾ ਬਾਹਰ ਜਾਣਾ 500 ਰੁਪਏ ਦਿਓ, my mom will still love me, but she won't respect me. This is most in the case of men or like every gender? Every gender. ਹੁਣ ਮੇਰੀ ਭੈਣ ਹੈ ਜੇ 25-26 ਸਾਲ ਦੀ ਹੋ ਗਈ ਹੈ, ਹੁਣ ਤਾਂ ਚਲੋ ਛੋਟੀ ਹੈ, ਹੁਣ ਵੀ ਮੈਂ ਉਹਨੂੰ ਕਹਿੰਦਾ ਮੈਂ ਕਿ ਤੂੰ ਕਾਲਜ 'ਚ ਆਪਣਾ ਪਾਰਟ ਟਾਈਮ ਕਰ ਯਾਰ। ਮੈਂ ਕਿਉਂ ਨਹੀਂ ਕਰਦੀ, ਮੇਰੇ ਟਾਈਮ ਨਹੀਂ ਮਿਲਦਾ, ਮੈਂ ਇੱਦਾਂ ਨਹੀਂ ਹੁੰਦਾ। ਸੋ ਜੇ ਇੱਕ ਕੁੜੀ ਵੀ ਹੈਗੀ ਹੈ ਨਾ, she needs to be financially independent, especially मैं कहूँगा कि females ਲਈ ज़्यादा important है because they don't have the say in our society, but if they are financially independent they have the say, and same goes with boys also। ਜੇ ਤੁਸੀਂ ਆਪਣੀ ਫੈਮਿਲੀ ਤੇ ਉਸ ਤੇ ਹੈਗੇ ਹੋ ਰਾਈਟ, ਤੁਹਾਡਾ ਸੇ ਨਹੀਂ ਹੈਗਾ। ਮੁੰਡਿਆਂ ਤੇ ਇੱਕ ਅਨਡਿਊ ਪ੍ਰੈਸ਼ਰ ਵੀ ਰਹਿੰਦਾ ਹੀ ਹੈ ਫਿਰ ਵੀ, ਪ੍ਰੋਵਾਈਡਰ ਮਾਈਂਡਸੈਟ ਵਾਲਾ। ਯੈਸ, ਕੁੜੀਆਂ ਨੂੰ ਇੱਕ ਆਪਸ਼ਨ ਫਿਰ ਵੀ ਮਿਲਦਾ ਹੈ, ਬਟ ਅੱਜ ਦੇ ਟਾਈਮ 'ਚ ਆਈ ਗੈਸ ਕਾਫੀ women are going financially independent, yes, which is good. What is your say on that? ਜਿਹੜੇ women are married and or in toxic relations or something, but just because of financially independent ਨਹੀਂ ਹੈ ਤਾਂ ਉਹ ਨਿਕਲ ਨਹੀਂ ਪਾ ਰਹੀਆਂ ਉੱਥੋਂ ਦੀ। I will say ਮੈਂ ਦੇਖੋ ਮੈਂ ਜੋ ਵੀ ਕਹਿਣਾ ਵਾ ਮੈਂ ਉਹੀ ਕਹਿਣਾ ਵਾ ਜੋ ਮੈਂ ਪਰਸਨਲੀ ਐਕਸਪੀਰੀਅੰਸ ਕਰਿਆ, ਆਪਣੇ ਆਲੇ ਦੁਆਲੇ ਦੇਖਿਆ। 80% are not happy. 80% is a big number. 80% ਮੈਂ ਜੋ ਆਲੇ ਦੁਆਲੇ ਦੇਖਿਆ। ਕੀ ਰੀਜ਼ਨ ਕੀ ਲੱਗਦਾ ਤੁਹਾਨੂੰ? ਕਾਫੀ ਚੀਜ਼ਾਂ ਨੇ। ਮੇਲਸ ਗੈਟ they are more into making family stable and all, but ਜਿਹੜੇ ਰੀਅਲ ਰਿਚਨੈਸ ਹੈਗੇ ਦੋ, ਹੁਣ ਮੈਂ ਤੁਸੀਂ ਕਹੋਗੇ ਕਿ you are a hypocrite, but still real richness is time you have with your family. ਬਟ ਉਹੀ ਹੈ ਨਾ, ਬੰਦਾ ਪ੍ਰੋਵਾਈਡ ਵੀ ਕਰ ਰਿਹਾ, ਟਾਈਮ ਵੀ ਦਿਓ, ਬੈਲੈਂਸ ਲੱਗਦਾ ਹੋ ਸਕਦਾ ਹੈ, ਬੈਲੈਂਸ ਆਊਟ ਹੋਣਾ ਚਾਹੀਦਾ, ਹੋ ਸਕਦਾ ਈਜ਼ੀਲੀ, ਹੋ ਸਕਦਾ। ਤੁਸੀਂ ਕੋਸ਼ਿਸ਼ ਕਰੋਗੇ? ਤਾਂ ਹੀ ਤਾਂ ਮੇਰੇ ਯਾਰ ਦੋਸਤ ਵੀ ਹੈਗੇ, ਬਿਕੋਜ਼ ਮੇਰੇ ਕੋਲ ਜਿੰਨਾ ਟਾਈਮ ਹੁੰਦਾ ਮੈਨੂੰ ਹੁੰਦਾ ਕਿ ਮੈਂ ਆਪਣੀ ਗਰਲਫ੍ਰੈਂਡ ਜਾਂ ਫਿਰ ਮੈਂ ਆਪਣੀ ਮਮ ਨਾਲ ਸਪੈਂਡ ਕਰਾਂ। ਦੇਖੋ ਤੁਸੀਂ ਆਈ ਹੈਵ ਵੈਰੀ ਲਿਮਿਟਡ ਟਾਈਮ ਰਾਈਟ, ਹੁਣ ਉਸ ਟਾਈਮ ਤੇ ਮੇਰੇ ਕੋਲ ਬਹੁਤ ਲਿਮਿਟਡ ਆਪਸ਼ਨਸ ਹੈ ਜਿਨ੍ਹਾਂ ਨਾਲ ਟਾਈਮ ਸਪੈਂਡ ਕਰ ਸਕਦਾ। ਓਬਵੀਅਸਲੀ ਆਈ ਵਿਲ ਚੂਜ਼ ਮਾਈ ਫੈਮਿਲੀ। If I'm not choosing my family and I'm going out with my friends, right? वो फिर उत्थे मामला गड़बड़ होगा। Do you believe in networking? Networking is very good, but I'll say जेड़ा अपना profession हैगा, networking तुसी on floor easily कर सकते हो। In your profession? In my profession, because देखो, I have police officers as my client, I have principals as my client, I have bank officers as my client. I have CA as my client. Right, ਜਿਹੜਾ ਮੇਰਾ CA ਹੈਗਾ ਉਹ ਮੇਰਾ client ਹੀ ਹੁੰਦਾ ਸੀ ਇੱਕ time ਤੇ। Right, ਜਿਹੜਾ ਮੇਰਾ ਸਭ ਤੋਂ ਖਾਸ ਅੱਜ ਦੀ ਡੇਟ 'ਚ ਮਜੀਠੀਆ। Yeah, I was about to say that. ਹਾਂ, so ਮਜੀਠੀਆ ਨਾਲ ਮੇਰਾ ਏਦਾਂ ਹੈਗਾ ਕਿ ਮੈਂ ਕਹਿੰਦਾ ਵਾ we are actually real brothers. Yeah, I was thinking like that only till the date. ਤੁਸੀਂ ਅੱਜ clear ਕਰ ਰਹੇ ਹੋ? ਨਹੀਂ ਉਹ ਮੈਂ ਸੱਚੀ ਕਹਾਂ ਮੇਰਾ ਹੁਣੇ ਕੋਈ ਮੇਰੀ ਗੱਡੀ ਠੋਕ ਗਿਆ, ਮੈਂ ਦੱਸ ਰਿਹਾ ਯਾਰੀ ਕੀ ਹੁੰਦੀ ਹੈ ਰਾਈਟ, ਕੋਈ ਮੇਰੀ ਗੱਡੀ ਠੋਕ ਗਿਆ ਸੀਗਾ, ਸੋ ਲਾਈਕ ਆਈ ਕਾਰ ਕ੍ਰੈਸ਼ ਹੋ ਗਈ, ਸੋ ਆਇਆ ਉਹ ਇੱਕਦਮ, ਉਹ ਬੰਦੇ ਨੇ ਕੰਮ ਕੁਮ ਛੱਡ ਕੇ ਸਾਰਾ ਕੁਛ ਲਾਈਕ ਗੁੱਡ ਅਮਾਊਂਟ ਆਫ ਕੈਸ਼ ਲੈ ਕੇ ਕਹਿੰਦੇ ਜੇ ਲੋੜ ਪਊਗੀ ਤੂੰ ਰੱਖ, ਕੋਈ ਗੱਲ ਨਹੀਂ, ਮੋੜਨੇ ਮੋੜਦੀ, ਨਹੀਂ ਮੋੜਨੇ ਨਾ ਮੋੜੇ। ਤੇ ਉਹ ਸਾਰਾ ਦਿਨ ਮੇਰੇ ਨਾਲ ਜਦ ਤੱਕ ਸਾਰਾ ਕੁਛ ਸੈਟਲ ਨਹੀਂ ਹੋ ਗਿਆ ਨਾ, ਸੋ ਹੀ ਵਾਸ ਦੇਅਰ ਵਿਦ ਮੀ, leaving his work behind. That is good. ਸੋ ਮੈਂ ਉਹੀ ਮੈਂ ਕਹਿ ਰਿਹਾ ਕਿ ਬਈ ਮੈਂ ਇਹ ਚੀਜ਼ ਸਿੱਖੀ ਹੈ ਕਿ ਤੁਸੀਂ ਕਿਸੇ ਨਾਲ ਚੰਗੇ ਟਾਈਮ ਤੇ ਜੇ ਹੈਗੇ ਹੋ, ਹੁਣ ਜਿਵੇਂ ਆਈ ਵਾਸ ਟਾਕਿੰਗ ਅਬਾਊਟ ਮਾਈ ਦੈਟ ਫਰੈਂਡ ਰਾਈਟ, ਐਕਸਪੈਕਟੇਸ਼ਨ ਵਾਲਾ ਰਾਈਟ, ਉਹ ਜੇ ਉਸ ਟਾਈਮ ਤੇ ਮੇਰੇ ਨਾ ਹੁੰਦਾ, ਬਟ ਜਿਹੜਾ ਜਦ ਮੈਨੂੰ ਐਕਚੁਅਲ ਲੋੜ ਸੀਗੀ ਉਸ ਟਾਈਮ ਤੇ ਹੁੰਦਾ। ਦਿਸ ਵਾਟ ਰਿਵਾਈਵਿੰਗ ਰਿਲੇਸ਼ਨਸ਼ਿਪਸ ਆਰ, ਦਿਸ ਵਾਟ ਸਸਟੇਨਿੰਗ ਰਿਲੇਸ਼ਨਸ਼ਿਪਸ ਆਰ। Do you get selfless in making relationships work? ਦੇਖੋ ਕਿਤੇ ਨਾ ਕਿਤੇ ਸੈਲਫਲੈਸ ਵੀ ਹੈਗਾ, ਸੈਲਫਿਸ਼ ਵੀ ਹੈਗਾ। Okay, explain how it is. Selfless is कि चलो वो तो पता ही है सर राइट, बट when it comes to being selfish अपन ये चीज़ अंडरस्टैंड नहीं करते। if we have like one or two friend in our, है ना, so ये emotional stability ਦਿੰਦਾ ਹੈ definitely, ਕਿਉਂਕਿ I believe ਚਾਹੇ ਅਸੀਂ box routine 'ਚ ਵੀ ਹਾਂ, ਅਗਰ ਮੈਂ ਆਪਣੀ ਗੱਲ ਵੀ ਕਰਾਂ, ਠੀਕ ਹੈ, when we are building something even personally professionally ਕਿਸੇ ਵੀ ਵੇ ਵਿੱਚ isolation ਤਾਂ ਆਉਂਦੀ ਹੈ। ਆਪਾਂ ਨੇ ਕੱਟ ਆਫ ਕਰਨੇ ਹੁੰਦੇ, ਫਿਲਟਰ ਕਰਨੇ ਹੁੰਦੇ ਪੀਪਲ, ਬਟ ਐਟ ਦ ਸੇਮ ਟਾਈਮ ਕੁਛ ਟਾਈਮ ਬਾਅਦ ਸਾਨੂੰ ਕੋਈ ਚਾਹੀਦਾ ਵੀ ਹੁੰਦਾ,
be it friend, be it in relation, anybody. ਸੌਰੀ ਟੂ ਕੱਟ ਇਟ ਆਊਟ, ਬਟ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ, ਜਿਹੜੇ ਮੈਂ ਕਹਿ ਰਿਹਾ ਕਿ ਮੇਰੇ 2-3 ਫਰੈਂਡਸ ਜਿਹੜੇ ਹੈਗੇ ਆ, ਉਹ ਉਹੀ ਨੇ those who have aspirations, Ambitious ones. yes, Definitely. exactly, because Exactly, ਉਹੀ ਫਿਲਟਰੇਸ਼ਨ ਤੁਸੀਂ ਕੀਤੀ ਨਾ ਜਦ ਚੇਂਜ ਹੁਣ ਜਿਵੇਂ ਜਿਨ੍ਹਾਂ ਦੀ ਮੈਂ ਗੱਲ ਕਰਾਂ, ਜੇ ਮੈਂ ਉਹਨਾਂ ਨੂੰ 6 ਮਹੀਨੇ ਬਾਅਦ ਵੀ ਮਿਲਾਂ ਨਾ, ਵੀ ਆਰ ਮੀਟਿੰਗ ਲਾਈਕ ਆਪਾਂ ਰੋਜ਼ ਮਿਲਦੇ ਆ, ਹੈ ਨਾ, ਬਿਕਾਜ਼ ਦੇ ਨੋ ਵਾਈ ਵੀ ਆਰ ਨਾਟ ਮੀਟਿੰਗ, ਐਗਜ਼ੈਕਟਲੀ ਦੇ ਨੋ ਕਿ ਅਸੀਂ ਇੱਕ ਦੂਜੇ ਲਈ ਟਾਈਮ ਕਿਉਂ ਨਹੀਂ ਸਪੈਂਡ ਕਰ ਪਾ ਰਹੇ, ਉਹ ਚੀਜ਼ ਹੈ। ਮੈਨੂੰ ਇਹ ਲੱਗਦਾ ਕਿ ਆਪਣਾ ਔਰਾ ਨੈਚੁਰਲੀ ਉੱਦਾਂ ਦੇ ਲੋਕ ਅਟਰੈਕਟ ਕਰਨ ਲੱਗ ਜਾਂਦਾ ਹੈ। ਯੈਸ ਯੈਸ ਯੈਸ। ਜਾਂ ਫਿਰ ਅਗਰ ਨਹੀਂ ਹੁੰਦੇ ਤਾਂ ਯੂ ਆਰ ਅਲੋਨ। ਬੋਡੀ ਬਿਲਡਿੰਗ ਹੈਲਦੀ ਹੈ ਜਾਂ ਨਹੀਂ? building up your body is healthy. Bodybuilding professionally is not healthy. Not healthy. Not healthy. See, देखो पता की है, I won't say not healthy, but I will say कि भाई bodybuilding जो है ना, वो health risk वाला sport है. Okay. Because mentally also, physically also. Who was there in your this bodybuilding journey and who helped you the most? Who helped me the most? My partner, obviously my coach, but jada back end te jada backbone keh lo, she is there. What was the help that you got from her? बहुत चीज़ां ने, it's like ਹੁਣ ਫਸਟ ਈਅਰ ਦੀ ਜੇ ਮੈਂ ਗੱਲ ਕਰਾਂ, ਸੈਕਿੰਡ ਸੀਜ਼ਨ ਮੇਰਾ ਹੁਣੇ ਨਿਕਲਿਆ ਹੈ, ਰਾਈਟ, ਸੋ ਮੈਨੂੰ 2 ਸਾਲ ਹੋ ਗਏ ਪ੍ਰੋਫੈਸ਼ਨਲੀ ਬੋਡੀ ਬਿਲਡਿੰਗ ਕਰਦੇ ਨੂੰ। ਸੋ ਮੀਲ ਪ੍ਰੈਪਸ, ਯੂ ਨੋ, ਇੱਕ ਉਹ ਮੇਜਰ ਕਰਕੇ ਜਦ ਆਪਾਂ ਨਵਾਂ ਸਟਾਰਟ ਕਰਦੇ, ਮੇਜਰ ਕਰਕੇ ਖਾਣਾ, ਕਿੰਨੇ ਕਾਰਬਸ, ਕਿੰਨੇ ਉਹ ਰੱਖਣਾ ਹੈ, ਕਿੰਨੇ ਰਾਈਸ ਹੈਗੇ ਹੈ, ਸੋ ਸ਼ੀ ਟੁਕ ਕੇਅਰ ਆਫ ਮਾਈ ਮੀਲਸ, ਰਾਈਟ। ਕੁਝ ਵੀ ਹੁੰਦਾ ਹੈ ਕਿ ਇਫ ਆਈ ਐਮ ਨਾਟ ਗੋਇੰਗ ਫॉर द ਟ੍ਰੇਨਿੰਗ, ਉਹਨੇ ਕਾਫੀ ਮੋਟੀਵੇਟ ਕਰਿਆ ਹੈ ਕਿ ਯੂ ਸ਼ੁਡ ਗੋ। ਹਾਂ, ਆਲਸੋ ਜਿਹੜੇ ਵਾਈਫ ਆਫ ਅ ਪ੍ਰੋਫੈਸ਼ਨਲ ਬੋਡੀ ਬਿਲਡਰ, you know, being a partner of a professional bodybuilder is not easy. Okay. It is not easy, trust me. ਸਾਡਾ irritation level ਇੰਨਾ ਜ਼ਿਆਦਾ ਹੁੰਦਾ ਹੈ, ਨਿੱਕੀਆਂ ਜਿਹਾ when we are on cut phase ਜਿਹੜਾ ਹੁੰਦਾ ਹੈ, very less of carbs, very limited calories, 2 ਘੰਟੇ ਦਾ cardio, ਆਪਣਾ ਮਾਈਂਡ ਇੰਨਾ ਜ਼ਿਆਦਾ, ਆਪਾਂ ਬਹੁਤ ਜ਼ਿਆਦਾ ਇਰੀਟੇਟ ਹੋ ਜਾਂਦਾ ਹੈ, ਐਗਰੈਸਿਵ ਹੋ ਜਾਂਦਾ ਹੈ, ਰਾਈਟ। ਹੁਣ ਐਗਰੈਸ਼ਨ ਦਾ ਟੱਚਵੁੱਡ ਮੇਰੇ 'ਚ ਕਦੇ ਵੀ ਨਹੀਂ ਆਈ, ਬਟ ਉਹ ਨਾ ਬਹੁਤ ਹੀ ਜ਼ਿਆਦਾ ਵਲਨਰੇਬਲ ਹੋ ਜਾਂਦੇ ਆ, ਪਰ ਮਿੰਟ 'ਚ ਆਪਾਂ ਖਿੱਚ ਜਾਂਦੇ ਆ, ਐਂਡ ਮਿੰਟ 'ਚ ਉਹ ਸਟਾਰਟ ਕਰ ਦਿੰਦੇ। ਸੋ ਉਹ ਚੀਜ਼ ਨੂੰ ਡਾਇਲਿਊਟ ਕਰਨਾ ਐਂਡ ਯੂ ਨੋ ਝੇਲਣਾ, ਇਟ ਇਜ਼ ਵੈਰੀ ਡਿਫਿਕਲਟ। ਤੇ ਤੁਹਾਡਾ ਉਹ ਸਾਰੇ ਫੇਜ਼ਸ ਉਹਨਾਂ ਨੇ ਯੈਸ ਹੈਲਦੀ ਵੇ 'ਚ ਕੀਤੇ। ਯੈਸ ਯੈਸ। ਤੇ ਜਦ ਤੁਸੀਂ ਇੱਕ ਵਾਰ ਕੁਛ ਵਿਨਿੰਗ ਓਪਰਚੁਨਿਟੀ 'ਚ ਆਉਂਦੇ ਹੋ ਤਾਂ ਤੁਹਾਨੂੰ ਇਹ ਮਾਈਂਡਸੈਟ ਬਣ ਜਾਂਦਾ ਵਿਨਿੰਗ ਵਾਲਾ, ਕਿ ਤੁਹਾਨੂੰ ਲੱਗਦਾ ਕਿ ਐਡਿਕਸ਼ਨ ਵੀ ਹੈ ਇੱਕ ਬੈਡ ਵਿੱਚ? Addiction, not bad wings, addiction. It is healthy? It is healthy because it ਤੁਸੀਂ improve ਹੋ ਰਹੇ ਹੋ। ਹੁਣ ਦੇਖੋ, ਮੇਰੇ 2 profession ਹੈ, they are correlated, but also they are different. I'm a trainer. My major earning is through trainings. I'm a professional bodybuilder also. ਬੋਡੀ ਬਿਲਡਿੰਗ 'ਚ ਤੁਸੀਂ ਅਰਨ ਕਰਨਾ ਸਟਾਰਟ ਕਰ ਦਿਓ 5-6 ਸਾਲ ਦੀ ਸਟਰਗਲ ਤੋਂ ਬਾਅਦ, ਜਦ ਤੁਹਾਡਾ ਇੱਕ ਨਾਮ ਹੋ ਜਾਂਦਾ ਹੈ, ਗੁੱਡ ਮਿਲ ਜਾਂਦਾ, ਯੂ ਗੈਟ ਦ ਸਪੋਂਸਰਸ ਹੈ ਨਾ, ਇੰਟਰਨਸ਼ਿਪ ਮਿਲ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ ਹੈ, ਰਾਈਟ। ਸੋ ਦੈਟ ਇਜ਼ ਅ ਡਿਫਰੈਂਟ ਲੀਗ। ਹੁਣ ਬੀਇੰਗ ਅ ਟ੍ਰੇਨਰ ਤਾਂ ਮੈਂ ਕਰ ਹੀ ਰਿਹਾ, ਮੈਂ ਪੜ੍ਹ ਰਿਹਾ, ਮੈਂ ਐਕਵਾਇਰਿੰਗ ਨੌਲੇਜ ਇਨ ਐਵਰੀਥਿੰਗ, ਰਾਈਟ। ਮੇਰਾ ਜੈਂਟਰੀ ਆਫ ਮਾਈ ਕਲਾਇੰਟਸ ਇਜ਼ ਆਲਸੋ ਅਪਗ੍ਰੇਡਿੰਗ, ਹੈ ਨਾ। ਵਿਨਿੰਗ ਐਡਿਕਸ਼ਨ ਇਜ਼ ਗੁੱਡ ਬਿਕਾਜ਼ ਅਲਟੀਮੇਟਲੀ ਮੈਂ ਪ੍ਰੋਫੈਸ਼ਨਲ ਬੋਡੀ ਬਿਲਡਿੰਗ 'ਚ ਜਾਣਾ। ਹੁਣ ਮੈਂ ਤਾਂ ਆਪਣਾ ਜਿਹੜਾ ਗੋਲ ਬਣਾ ਕੇ ਚੱਲਿਆ, ਜਦ ਤੱਕ ਮੈਂ ਇਸ ਪਰਟੀਕੂਲਰ ਫੈਡਰੇਸ਼ਨ, ਆਈ ਟੈਲ ਯੂ ਅਬਾਊਟ ਮਾਈ ਫੈਡਰੇਸ਼ਨ, ਜਦ ਤੱਕ ਮੈਂ ਇਸ ਪਰਟੀਕੂਲਰ ਫੈਡਰੇਸ਼ਨ 'ਚ ਆ, ਆਈ ਨੀਡ ਗੋਲਡ ਇਨ ਏਸ਼ੀਆ। ਜਦ ਤੁਸੀਂ ਫਸਟ ਟਾਈਟਲ ਲਿੱਤਾ ਤਾਂ ਤੁਹਾਨੂੰ ਇੰਟਰਨਲੀ ਕੀ ਵੈਲੀਡੇਟ ਹੋਇਆ? ਫਸਟ ਥਾਟ, ਸੈਂਸ ਆਫ ਅਚੀਵਮੈਂਟ। ਮੈਂ ਕਦੇ ਰੋਇਆ ਹੀ ਨਹੀਂ, ਮੇਰੇ ਲੱਤ ਟੁੱਟ ਗਈ ਸੀ, ਮੇਰੇ ਹੰਝੂ ਨਹੀਂ ਨਿਕਲੇ ਸੀਗੇ, ਮੈਂ ਇੰਨੇ ਆਪਣਾ ਨਾ ਕੱਟ ਆਫ ਹੋ ਗਏ ਸਾਰੇ ਨਾਲ, ਉਹ ਤਦ ਕੁਝ ਫਰਕ ਨਹੀਂ ਪਿਆ। ਬਟ ਵੈਨ it was announced, classic physics champion Mr. Chandigarh Arshinder Singh, ਮੈਂ ਤਾਂ ਸਟੇਜ ਤੇ ਰੋ ਪਿਆ ਸੀ, ਮੈਂ ਤਾਂ ਨਿਕਲ ਗਿਆ ਸੀ ਰੋਣਾ। extreme of happiness is also crying, like yes, it was huge. yes and bodybuilding 'ਚ ਮੈਂ ਕਹੂੰਗਾ ਜਿਹੜੇ initial 2-3 ਸਾਲ ਹੈ ਨਾ, it is comparatively easy because ਜਦ ਆਪਾਂ you know ਇੱਕਦਮ ਉਸ ਜ਼ੋਨ 'ਚ ਆਉਂਦੇ ਆ, ਕਿਉਂਕਿ body is fresh,
ਆਪਾਂ ਨੂਬੀ ਕਹਿ ਦਿੰਦੇ ਆ, ਰਾਈਟ। ਸੋ ਉਹੀ ਜੇ ਮੁੰਡਾ ਨਵਾਂ ਜਿਮ ਲੱਗਦਾ ਉਹ 6 ਮਹੀਨੇ 'ਚ ਵਧੀਆ ਉਹਦੀ ਬਣਦੀ ਹੈ, ਉਸ ਤੋਂ ਬਾਅਦ ਘੱਟ ਜਾਂਦਾ ਇੰਪਰੂਵਮੈਂਟ, ਪੇਸ ਆਫ ਇੰਪਰੂਵਮੈਂਟ ਘੱਟ ਜਾਂਦੀ ਹੈ, ਫਿਰ ਉਹ ਥੋੜਾ ਡੀਮੋਟੀਵੇਟ ਹੋ ਜਾਂਦਾ। ਸੇਮ ਇਜ਼ ਬੋਡੀ ਬਿਲਡਿੰਗ, ਇਨੀਸ਼ੀਅਲ 2 years you will grow like this। that was I about to ask ਕਿ ਸਕਸੈਸ ਅਚੀਵ ਕਰਨਾ ਤੇ ਚਲੋ ਈਜ਼ੀ ਹੋਇਆ, ਸਕਸੈਸ ਮੇਨਟੇਨ ਕਰਨਾ ਕਿੰਨਾ ਔਖਾ ਲੱਗਦਾ? ਬਹੁਤ ਔਖਾ ਹੈ, ਬਹੁਤ ਜ਼ਿਆਦਾ ਔਖਾ ਹੈ, ਟਰਸਟ ਮੀ। ਬਿਕਾਜ਼ ਹੁਣ ਜਿਵੇਂ ਪਹਿਲੇ ਸਾਲ 'ਚ 2025 ਆਈ ਬਿਕਮ ਮਿਸਟਰ ਚੰਡੀਗੜ੍ਹ ਕਲਾਸਿਕ ਫਿਜ਼ਿਕਸ, ਰਾਈਟ। ਉਸ ਟਾਈਮ ਤੇ ਆਈ ਐਮ ਟੈਲਿੰਗ ਯੂ, ਮੈਂ ਆਪ ਮੰਨਦਾ ਹਾਂ ਦੈਟ ਵਾਜ਼ ਮਾਈ ਲੱਕ। ਵਾਈ? ਬਿਕਾਜ਼ ਉਸ ਏਅਰ 'ਚ ਇੰਨਾ ਕੰਪੀਟੀਸ਼ਨ ਨਹੀਂ ਸੀਗਾ, ਉਸ ਏਅਰ 'ਚ ਇੰਨਾ ਕੰਪੀਟੀਸ਼ਨ ਨਹੀਂ ਸੀ। ਬਿਕਾਜ਼ ਜਿਹੜਾ ਪਹਿਲੇ 2 ਸਾਲ ਤੋਂ ਜਿਹੜਾ ਚੈਂਪੀਅਨ ਸੀਗਾ ਹੀ ਵਾਜ਼ਨਟ ਦੇਅਰ, ਉਸ ਤੋਂ ਪਹਿਲੇ ਸੀਗਾ ਹੀ ਵਾਜ਼ਨਟ ਦੇਅਰ, ਓਕੇ, ਰਾਈਟ। ਅਜੀਤ ਕਲਾਸਿਕ ਵੀ ਉਸ ਟਾਈਮ ਮੇਰਾ ਸਿਲਵਰ ਆਇਆ ਸੀਗਾ। ਇਟ ਇਜ਼ ਅ ਗੁੱਡ ਵਧੀਆ ਇੱਕ ਨੈਸ਼ਨਲ ਲੈਵਲ ਤੇ ਪ੍ਰਾਈਵੇਟ ਕੰਪੀਟੀਸ਼ਨ ਹੈ, ਰਾਈਟ। ਇਸ ਸਾਲ 2026 ਜਿਹੜਾ ਪਹਿਲੇ ਦੇ ਚੈਂਪੀਅਨ ਸੀਗੇ ਉਹ ਵੀ ਆਏ ਹੋਏ ਸੀ, ਓਕੇ, ਰਾਈਟ। ਮੇਰੇ ਨਾਲ ਮੈਂ ਤੁਹਾਨੂੰ ਫੋਟੋਜ਼ ਐਂਡ ਵੀਡੀਓਜ਼ ਦਿਖਾਊਂਗਾ, ਮੇਰੇ ਨਾਲ ਜਿਹੜੇ ਖੇਡ ਰਹੇ ਸੀ, ਮੈਨੂੰ ਮੇਰਾ ਦੂਜਾ ਸਾਲ ਸੀਗਾ, ਉਹਨਾਂ ਦਾ 11ਵਾਂ 12ਵਾਂ 13ਵਾਂ ਸਾਲ ਸੀ ਬੋਡੀ ਬਿਲਡਿੰਗ ਦਾ, ਰਾਈਟ। ਸੋ ਇਟ ਵਾਜ਼ ਵੈਰੀ ਟਫ, ਬਟ ਮੈਂ ਸੱਚੀ ਕਹਿ ਰਿਹਾ ਮੈਂ ਤਿਆਰੀ ਵੀ ਉਸ ਹਿਸਾਬ ਨਾਲ ਕਰਕੇ ਗਿਆ ਸੀ। ਬਿਕਾਜ਼ ਮੈਨੂੰ ਪਤਾ ਕਿ ਬਈ ਇੱਕ ਉਹ ਹੋ ਜਾਂਦਾ ਨਾ, ਇਹ ਟਾਈਟਲ ਮੇਰਾ, ਹੋਰ ਨਹੀਂ ਕੋਈ ਲਾ ਸਕਦਾ। ਸੋ ਵਾਟ ਡਿਡ ਯੂ ਅਚੀਵ ਦੇਅਰ? I achieved my title again with those 11 years of experienced people against them. Yes. ਹੁਣ ਮੈਂ ਅਜੀਤ ਕਲਾਸਿਕ ਨੂੰ ਕਿਉਂ ਮੈਂਸ਼ਨ ਕੀਤਾ, ਟੈਲ ਯੂ ਵਾਈ। ਅਜੀਤ ਕਲਾਸਿਕ 'ਚ ਜਿਹੜਾ ਪਿਛਲੇ ਸਾਲ ਜਿਹਨੇ ਮੈਨੂੰ ਬੀਟ ਕਰਿਆ ਸੀ, ਲਾਈਕ 2025 'ਚ ਮੇਰਾ ਸਿਲਵਰ ਸੀ, ਉਹਦਾ ਗੋਲਡ ਸੀ ਮੇਰੀ ਕੈਟੇਗਰੀ 'ਚ, ਕਲਾਸਿਕ ਫਿਜ਼ਿਕਸ ਸੀ ਬਟ ਮੇਰੀ ਕੈਟੇਗਰੀ 'ਚ ਉਹ ਇਸ ਸਾਲ 6th ਪੋਜੀਸ਼ਨ ਸੀਗਾ। ਸਮਝ ਰਹੇ ਹੋ? So that was the level of competition, that was the level of improvements I made. But that is very huge difference है ना। ਆਪਾਂ ਦੇਖੀਏ ਤੁਹਾਨੂੰ ਦੇ ਨਾ ਕਦੇ ਓਵਰ ਕੌਨਫੀਡੈਂਸ ਵਾਲੀ ਫੀਲਿੰਗ ਆਈ ਹੈ ਕਦੇ? ਵੈਸੇ ਅਦਰਵਾਈਜ਼ ਕਿਉਂਕਿ ਜੇ ਮੈਂ ਓਵਰ ਕੌਨਫੀਡੈਂਟ ਹੋ ਗਿਆ ਫਿਰ ਤਾਂ ਮੈਂ ਗਿਆ, ਦਿੱਕਤ ਆ ਜਾਏਗੀ। ਮੈਂ ਮੇਰਾ ਜੋ ਸਬਕੌਂਸ਼ੀਅਸਲੀ ਬਟ ਕਦੇ ਨਹੀਂ ਓਵਰ ਕੌਨਫੀਡੈਂਸ ਕਦੇ ਨਹੀਂ। ਤੁਹਾਨੂੰ ਇਹ ਲੱਗਦਾ ਕਿ ਤੁਸੀਂ ਮਿਹਨਤ ਉੱਦਾਂ ਦੀ ਲਾਈ ਹੈ? ਯੈਸ, ਮੈਂ ਆਪਣੇ ਕਿਤੇ ਨਾ ਕਿਤੇ ਮੈਂ ਆਪਣੀ ਪਰਸਨੈਲਿਟੀ ਤੇ ਜਾਂ ਆਪਣੇ ਲੁੱਕਸ ਨੂੰ ਲੈ ਕੇ ਜਾਂ ਫਿਰ ਆਪਣੇ ਆਪ ਨੂੰ ਲੈ ਕੇ ਓਵਰ ਕੌਨਫੀਡੈਂਟ ਹੋ ਸਕਦਾ, ਰਾਈਟ। ਕਿਹਨੂੰ ਕਹਿੰਦੇ ਆਪਾਂ ਫੁਕਰੀ ਮਾਰ ਸਕਦਾ ਮੈਂ, ਬਟ ਵੈਨ ਇਟ ਕਮਸ ਟੂ ਬੋਡੀ ਬਿਲਡਿੰਗ ਮੈਂ ਕਦੇ ਓਵਰ ਕੌਨਫੀਡੈਂਟ ਨਹੀਂ, ਬਿਕਾਜ਼ ਆਈ ਨੋ ਕਿ ਹਲੇ ਤਾਂ ਕੁਝ ਕਰਿਆ ਹੀ ਨਹੀਂ। ਐਂਡ ਮੇਰਾ ਜਿਹੜੇ ਮੇਰੇ ਕੋਚ ਨੇ ਨਕੁਲ ਸਰ, ਮਤਲਬ ਮੈਂ ਸੱਚੀ ਕਹਿ ਰਿਹਾ, ਉਹ ਉਸ ਤੋਂ ਵਧੀਆ ਕੋਚ ਤੁਹਾਨੂੰ ਇੰਡੀਆ 'ਚ ਨਹੀਂ ਮਿਲ ਸਕਦਾ। What saved you the most? ਮਤਲਬ ਇੱਥੇ ਸਭ ਤੋਂ ਜ਼ਿਆਦਾ ਚੀਜ਼ ਕਿਹੜੀ ਕੰਮ ਆਈ? As in discipline, motivation, meals, yeah, exercise, everything. If we name one biggest, ਕਿ ਫਿਰ ਇਹ ਨਾ ਹੁੰਦਾ ਤਾਂ ਕੁਛ ਵੀ ਨਹੀਂ। Everything. Because bodybuilding combination of everything. ਮੈਂ ਨਕੁਲ ਸਰ ਬਾਰੇ ਦੱਸ ਰਿਹਾ ਸੀ, ਉਹ ਕਦੇ ਨਾ ਮੂੰਹ ਤੇ ਤਾਰੀਫ ਨਹੀਂ ਕਰੂੰਗੇ, ਉਹ ਹਮੇਸ਼ਾ ਬੰਦੇ ਨੂੰ ਕਿ ਹਾਂ ਬਈ ਟਿਕਿਆ ਰਹਿ। And trust me, I'm a मैं state champion है मिस्टर चंडीगढ़ classic physics. It is the easiest among all the states, okay, in India. So जब मैं मिस्टर इंडिया ਦੀ ਗੱਲ ਕਰਾਂ ਨਾ, ਚੰਡੀਗੜ੍ਹ ਦੀ ਟੀਮ ਉਸ ਲੈਵਲ ਤੇ ਨਹੀਂ ਹੈਗੀ। ਸੋ ਜਿਹੜਾ ਮੇਰਾ ਕੋਚ ਹੈ ਉਹ ਹਮੇਸ਼ਾ ਕਹਿੰਦੇ ਤੁਸੀਂ ਜੇ ਸਟੇਟ ਲੈਵਲ ਪਹਿਲੇ 2 ਸਾਲ 'ਚ ਜਿੱਤ ਗਏ ਨਾ, ਇਹ ਨਾ ਸਮਝੋ ਕਿ ਬਈ ਤੁਸੀਂ ਕੁਝ ਅਚੀਵ ਕਰ ਲਿਆ। ਉਹ ਐਕਚੁਅਲ ਜੇ ਆਪਾਂ ਦੇਖਿਆ ਜਾਵੇ ਨਾ, ਕੰਪੀਟੀਸ਼ਨ ਬਹੁਤ ਟਫ ਹੈ, ਬਹੁਤ ਜ਼ਿਆਦਾ ਟਫ ਹੈ। ਤੁਸੀਂ ਮਤਲਬ ਥੋੜ੍ਹਾ ਜਿਹਾ ਨਾ ਸਾਡਾ ਜਿਹੜਾ ਹੈਗਾ ਆਪਣੇ ਨਾਰਥ ਵਿੱਚ ਇਹ ਹੈ ਕਿ ਵੀ ਆਰ ਮੋਰ ਇਨਟੂ ਮਟੀਰੀਅਲਿਜ਼ਮ, ਹੈ ਨਾ। ਮਟੀਰੀਅਲਿਜ਼ਮ ਅਟਰੈਕਟਸ, ਰਾਈਟ। ਔਰ ਉੱਪਰੋਂ ਪੰਜਾਬੀ, ਯੈਸ। ਸੋ ਜੇ ਆਪਾਂ ਜਾਈਏ ਮਿਸਟਰ ਇੰਡੀਆ ਤੇ IPPF ਤੇ, ਰਾਈਟ, ਤੁਸੀਂ ਦੇਖੋਗੇ ਉਹਨਾਂ ਦੀ 50-100 ਰੁਪਏ ਵਾਲੀ ਚੱਪਲ ਚਾਹੁੰਦੇ ਨੇ, ਉਹੀ ਪੁਰਾਣਾ ਟਰੈਕ ਸੂਟ ਹੁੰਦਾ। ਸਾਊਥ ਪੀਪਲ ਸਟਿਲ ਇਨ ਪੱਤੇ, ਯੈਸ ਮਤਲਬ ਦੇ ਆਰ ਲਾਈਕ ਉਹ ਗੰਦਾ ਜਿਹਾ ਉਹਨਾਂ ਨੇ ਉਹ ਬੈਗ ਜਿਹਾ ਚੱਕਿਆ ਹੋਇਆ ਮਿੱਟੀ ਵਾਲਾ, ਗੋਲਡ ਜਿੱਤ ਕੇ ਜਾਂਦੇ। ਗੰਦਾ ਜਿਹਾ ਬੈਗ ਨਹੀਂ ਬੋਲਣਾ, ਕੰਟਰੋਵਰਸੀ ਕ੍ਰੀਏਟ ਕਰ ਦੋਗੇ। ਗੰਦਾ ਇਨ ਅ ਵੇ, ਨਾਟ ਵੈਸੇ ਮਿੱਟੀ ਲੱਗੀ ਹੁੰਦੀ ਆ। ਸੋ ਦੇਖ ਲਾਂਗੇ ਬਾਅਦ ਚ ਐਡਿਟ ਚ, ਠੀਕ ਹੈ। ਚੱਕ ਬਈ ਗੋਲਡ, ਚੱਕ ਗੋਲਡ ਇਸ ਕੈਟੇਗਰੀ ਚ ਗੋਲਡ। ਵਾਈ? ਬਿਕਾਜ਼ ਦੇ ਆਰ all into their sports. ਸਾਡੀ ਨਾਰਥ ਦੀ ਟੀਮ ਜਾਂਦੀ ਹੈ, ਭਾਵੇਂ ਜਿਹੜੀ ਮਰਜ਼ੀ ਸਟੇਟ ਦੀ ਹੋਏ, ਅੰਡਰ ਆਰਮਰ ਦਾ ਬੈਗ ਚੱਕਿਆ ਹੋਇਆ, ਬ੍ਰਾਂਡਡ ਸ਼ੂਜ਼ ਹੁੰਦੇ ਐ, ਟੌਰ ਨਾਲ
ਗਲਾਸਿਸ ਵਗੈਰਾ ਲਾ ਕੇ, ਸ਼ੇਡਸ ਵਗੈਰਾ ਲਾ ਕੇ, ਬਾਲ ਦੇ ਖੜੇ ਕਰਕੇ ਐਂਡ ਟੌਰ ਨਾਲ ਜਾਂਦੇ ਆ। ਹਾਂ ਬਟ ਵੈਨ ਇਟ ਕਮਸ ਟੂ ਸਪੋਰਟ ਅਸੀਂ ਉਸ ਲੈਵਲ ਤੇ ਹੈ ਨਹੀਂ। ਸਾਊਥ ਵਾਲੇ ਜ਼ਿਆਦਾ ਨੇ ਮਤਲਬ। ਓਕੇ, ਮਹਾਰਾਸ਼ਟਰ ਦੀ ਟੀਮ, ਸਾਊਥ ਦੀ ਟੀਮ ਬਹੁਤ ਸਟਰੋਂਗ, ਬਹੁਤ ਜ਼ਿਆਦਾ ਸਟਰੋਂਗ ਹੈ। ਤੁਸੀਂ ਜਦ ਇੰਡੀਆ ਲੈਵਲ ਦਾ ਕੀਤਾ ਉਦੋਂ ਤੁਸੀਂ ਯੂ ਫੇਸ ਦਿਸ। ਯੈਸ। ਵਾਟ ਆਰ ਯੂਰ ਫਿਊਚਰ ਪਲਾਨਸ ਰਿਗਾਰਡਿੰਗ ਦਿਸ? ਵੈਸੇ ਅਗਰ ਆਪਾਂ ਗੱਲ ਕਰੀਏ ਬੋਡੀ ਬਿਲਡਿੰਗ, both. See, when it comes to training, I am still finding it out because bodybuilding is very expensive. Bodybuilding is very expensive. Very expensive. You're sure कि bodybuilding ਤੁਸੀਂ ਛੱਡਣੀ ਨਹੀਂ? Yes, and my main source of income is my training वाला profession, right? So you're making an average amount or a good amount, if you can say, ਅੱਜ ਦੇ time ਵਿੱਚ from your trainings online offline? ये ना बहुत subjective question है because पता ਕੀ ਹੈ ਹੁਣ like you are satisfied? No, I am not. ਅੱਜ ਦੇ ਟਾਈਮ ਤੇ ਡੈਫੀਨਿਟਲੀ ਭੁੱਖ ਤਾਂ ਕਦੇ ਨਹੀਂ ਮਰਦੀ ਬੰਦੇ ਦੀ। ਨਹੀਂ ਵੈਸੇ ਵੀ I am not because ਬੋਡੀ ਬਿਲਡਿੰਗ 'ਚ ਨਾ ਕਾਫੀ ਚੀਜ਼ਾਂ ਹੈਗੀਆਂ ਜਿਹੜੀ ਹੋਰ ਮੈਂ ਐਡ ਔਨ ਕਰ ਸਕਦਾ, ਬਟ ਹੁਣ ਜਿਵੇਂ ਫਸਟ ਈਅਰ 'ਚ ਮੈਂ ਕਾਫੀ ਚੀਜ਼ਾਂ ਐਡ ਔਨ ਨਹੀਂ ਕਰ ਸਕਦਾ ਸੀ ਬਸ ਫਾਈਨੈਂਸ਼ੀਅਲ ਹੋ ਸੀਗਾ, ਇਨਕਮ ਵਧੀ, ਰਾਈਟ, ਕੁਛ ਨੇ ਹੋਰ ਚੀਜ਼ਾਂ ਇੰਟਰੋਡਿਊਸ ਕਰਾਈਆਂ। ਹੁਣ ਫॉर एग्जांपल ਬਹੁਤ ਛੋਟਾ ਜਿਹਾ एग्जांपल ਦੇ ਰਿਹਾ ਮੈਂ, there is one particular antioxidant astaxanthin ਜਾਂ ਐਸਟ੍ਰੋਲੋਗਸ। ਸੋ ਇਹ ਜਿਹੜੇ ਸਪਲੀਮੈਂਟਸ ਦੇ ਆਰ ਸਪੋਰਟਿਵ ਸਪਲੀਮੈਂਟਸ, ਰਾਈਟ। ਇਹ ਤੁਹਾਡੀ ਸਕਿਨ ਹੈਲਥ ਲਗਾ ਲਓ ਜਾਂ ਵੈਸੇ ਜਾਂ ਹੈਲਥ ਵਾਈਜ਼ ਤੁਹਾਨੂੰ ਵਧੀਆ ਰੱਖਦੇ ਨੇ, ਰਾਈਟ। ਹੁਣ ਆਹ ਚੀਜ਼ਾਂ ਮੈਂ ਸੈਕੰਡ ਈਅਰ 'ਚ ਇੰਟਰੋਡਿਊਸ ਕਰਾਈਆਂ। ਓਕੇ, ਇਹਦੇ ਕੋਈ ਨੁਕਸਾਨ ਵਗੈਰਾ? ਨਹੀਂ। ਓਕੇ, ਸੋ ਇਟਸ ਲਾਈਕ ਕਿ ਬਈ ਜਿਵੇਂ ਜਿਵੇਂ ਤੁਹਾਡੀ ਇਨਕਮ ਵਧੋਗੀ ਨਾ, ਯੂ ਕੈਨ ਇਨਵੈਸਟ ਔਨ ਕੁਆਲਿਟੀ ਪ੍ਰੋਡਕਟਸ ਵੈਨ ਇਟ ਕਮਸ ਟੂ ਬੋਡੀ ਬਿਲਡਿੰਗ, ਡੈਫੀਨਿਟਲੀ, ਰਾਈਟ। ਉਹ ਚੀਜ਼ ਹੈ। ਇਟਸ ਲਾਈਕ ਫੰਡਿੰਗ योर ਬਿਜ਼ਨਸ ਵਿਦ योर ਜੌਬ। ਯੈਸ। ਦੇਖੋ ਮੈਂ 10-12 ਹਜ਼ਾਰ ਦੀ ਗੱਡੀ ਦੀ ਕਿਸ਼ਤ ਨਹੀਂ ਅਫੋਰਡ ਕਰ ਸਕਦਾ, ਬਟ ਮੈਂ ਹਰ ਮਹੀਨੇ 10-12 ਹਜ਼ਾਰ ਦਾ ਪ੍ਰੋਟੀਨ ਅਫੋਰਡ ਕਰ ਸਕਦਾ। ਪ੍ਰਾਇੋਰਟੀਜ਼। ਯੈਸ, ਐਗਜ਼ੈਕਟਲੀ, ਰਾਈਟ। ਸੋ ਅੱਜ ਤੋਂ 3 ਸਾਲ ਪਹਿਲਾਂ ਮੇਰਾ ਫਾਈਨੈਂਸ਼ੀਅਲ ਉਹ ਨਹੀਂ ਇੰਨਾ ਨਹੀਂ ਸੀਗਾ ਕਿ ਮੈਂ ਬੋਡੀ ਬਿਲਡਿੰਗ ਵੀ ਅਫੋਰਡ ਕਰ ਸਕਾਂ। ਹੁਣ ਹੈਗਾ, ਅੱਜ ਤੋਂ 2 ਸਾਲ ਬਾਅਦ ਜ਼ਿਆਦਾ ਹੋਊਗਾ। ਸੋ ਕਮਿੰਗ ਬੈਕ ਟੂ ਯੂਰ ਕੁਐਸਚਨ, ਜੋ ਮੇਰੇ ਫਿਊਚਰ ਪਲਾਨਸ ਹੈਗੇ ਆ, ਬੋਡੀ ਬਿਲਡਿੰਗ ਦਾ ਮੈਂ ਤੁਹਾਨੂੰ ਦੱਸਦਾ ਏਸ਼ੀਅਨ ਚੈਂਪੀਅਨ ਬਣਨਾ ਵਾ। ਇਟ ਵਿਲ ਟੇਕ ਲਾਈਕ 4-5-6 years, I know that, because bodybuilding is a game of patience. Tell me more about this competition first ਇੱਕ ਵਾਰ, ਕਿ ਮਤਲਬ ਇੱਥੇ level of hardness ਕਿੰਨੀ ਹੈ, ਕਿਹੋ ਜਿਹੇ ਲੋਕ ਹੈ, ਕੀ ਚੀਜ਼ ਹੈ, ਇੱਕ ਵਾਰ ਆਡੀਅנס ਨੂੰ ਥੋੜਾ ਸਾ ਦੱਸੋ। ਬਹੁਤ ਜ਼ਿਆਦਾ ਹੈ। ਮੈਂ ਸੱਚੀ ਕਹਾਂ, ਮੈਂ ਇਹਨੇ ਐਥਲੀਟਸ ਨੂੰ ਮਿਲਿਆ ਜਿਹੜੇ 10 ਸਾਲ ਤੋਂ ਸੇਮ ਖਾਣਾ ਖਾ ਰਹੇ ਨੇ। ਓਕੇ, ਐਵਰੀ ਡੇ, no cheat day, ਰਾਈਟ। ਹੁਣ ਆਪਣੇ ਸੁਨਮੀਤ ਭਾਜੀ ਹੈਗੇ ਇੱਕ, ਲੀਗਲ ਲੈਗੇਸੀ ਪਰ ਯੈਸ। ਹਾਂ, ਮੈਂ ਸੱਚੀ ਕਹਾਂ ਉਹਨਾਂ ਨੂੰ ਮੈਂ ਕਾਫੀ ਟਾਈਮ ਤੋਂ ਫੋਲੋ ਕਰ ਰਿਹਾ, ਮੇਰੇ ਤੋਂ 5-6 ਸਾਲ ਹੀ ਵੱਡੇ ਨੇ, ਕਾਫੀ ਟਾਈਮ ਤੋਂ ਮੈਂ ਫੋਲੋ ਕਰ ਰਿਹਾ। ਲਾਈਕ he's into bodybuilding ਨਾ? he's into bodybuilding. ਉਹਨਾਂ ਦੀ ਵਾਈਫ ਵੀ I guess ਉਹਨਾਂ ਦੀ ਫੈਡਰੇਸ਼ਨ ਵੱਖਰੀ ਹੈ, ਮੇਰੀ ਜਿਹੜੀ ਫੈਡਰੇਸ਼ਨ ਹੈ that is IBBF, Indian Bodybuilding Federation, that is government affiliated, and ਉਹਨਾਂ ਦੀ, ਰਾਈਟ। ਉਹਨਾਂ ਦਾ ਹੈਗਾ IFBB, ਉਹਨਾਂ ਦਾ ਇਟਸ ਲਾਈਕ ਕਿ ਜਿਹੜਾ ਮਿਸਟਰ ਓਲੰਪੀਆ ਵਾਲੀ ਸਾਈਡ, ਉਹ ਹੈਗਾ ਉਹਨਾਂ ਦਾ। ਜਿਹੜੀ ਆਪਣੀ ਫੈਡਰੇਸ਼ਨ ਉਹਦੇ ਵਿੱਚ ਫਿਰ ਗਵਰਨਮੈਂਟ ਜੌਬਸ ਵਗੈਰਾ ਉਹ ਸਾਰੇ ਵੀ ਹੈ। ਓਕੇ, ਰਾਈਟ। ਸੋ ਕਮਿੰਗ ਬੈਕ ਟੂ ਯੋਰ ਕੁਐਸਚਨ, ਜਿਹੜੇ ਮੇਰੇ ਫਿਊਚਰ ਪਲਾਨਸ ਹੈਗੇ ਵੈਨ ਇਟ ਕਮਸ ਟੂ profession as a trainer, right? देखो हाले मेरी इनकम इंक्रीज हो रही है, राइट। मेरा जॉनर ऑफ क्लाइंट्स इम्प्रूव हो रहा है, ठीक है। तो हाले इस चीज़ पे मैं और फोकस कर रहे हैं इन इम्प्रूविंग माई नॉलेज एंड एवरीथिंग एंड मार्केटिंग ऑल्सो, बिकॉज जितनी मार्केटिंग होगी उन्नी ऑनलाइन ट्रेनिंग्स होंगी, उन्हें गुडविल बढ़ोगी, ठीक है। मे बी आफ्टर I can say 1.5-2 years, I'll see how it goes. ਜੇ ਤਾਂ ਮੇਰਾ ਆਨਲਾਈਨ ਹੀ ਇੰਨਾ ਜ਼ਿਆਦਾ ਵਧੀਆ ਹੋ ਗਿਆ ਕਿ ਮੈਨੂੰ ਹੋਰ ਕੋਈ ਬਿਜ਼ਨਸ ਕਰਨ ਦੀ ਲੋੜ ਨਹੀਂ, then I'll stick to this because it is much more convenient when it as a professional bodybuilder. Definitely. But ਜੇ ਉਸ ਹਿਸਾਬ ਨਾਲ ਜੋ ਮੈਂ ਸੋਚ ਕੇ ਬੈਠਾ ਉਸ ਹਿਸਾਬ ਨਾਲ ਨਹੀਂ ਹੋਇਆ, then I'll eventually open up a gym. Okay. Yes. Just by talking with you and ਜਿੰਨਾ ਮੈਂ ਤੁਹਾਨੂੰ ਜਾਣਦੀ ਹਾਂ, ਮੈਨੂੰ otherwise ਇੱਕ ਆਈਡੀਆ ਆਇਆ, like you mentioned personally ਕਿ ਤੁਸੀਂ ਗੈਸਟ ਲੈਕਚਰਰ ਦੀ ਤਰ੍ਹਾਂ ਵੀ ਕਾਫੀ ਵਾਰ ਗਏ ਹੋ। ਮੈਨੂੰ 2-3 ਯੂਨੀਵਰਸਿਟੀਜ਼ ਨੇ ਬੁਲਾਇਆ। So how about if you can sell some, online courses or something like that? It is like a passive income thing. It is a passive income, but time ਉਹੀ ਹੈ ਨਾ। ਹੁਣ ਦੇਖੋ 11 ਘੰਟੇ ਦੀ ਸ਼ਿਫਟ, 3 ਘੰਟੇ ਦੀ ਟ੍ਰੇਨਿੰਗ,
राइट 14 ਘੰਟੇ ਤਾਂ ਆਈ ਹੋ ਗਏ 10 ਘੰਟੇ ਰਹਿ ਗਏ ਪਿੱਛੇ 8 ਘੰਟੇ ਦੀ ਨੀਂਦ 10 ਘੰਟੇ ਰਹਿ ਗਏ ਠੀਕ ਹੈ ਉਹਦੇ ਵਿੱਚੋਂ ਮੀਲ ਪ੍ਰੈਪ ਵਗੈਰਾ ਜੇ ਹੋਮ ਪੀਟੀ ਹੁੰਦੀ ਹੈ ਉਹ ਟਰੈਵਲ ਹੋ ਗਿਆ ਰੈਸਟ ਪੀਰੀਅਡ ਹੋ ਗਿਆ ਸੋ ਬਹੁਤ ਲਿਮਿਟਡ ਹੈ ਪੜ੍ਹਨਾ ਵੀ ਹੁੰਦਾ ਹੁਣ ਜਿਵੇਂ ਆਈ ਟੈਲ ਯੂ ਅੱਜ ਮੇਰੇ ਕੋਲ ਇੱਕ ਕੇਸ ਆਇਆ ਸੋ ਹੀ ਇਜ਼ ਹੈਵਿੰਗ CSF rhinorrhea so I need to study that particular बीमारी for like 2-3 days रोज ਦਾ ਮੈਨੂੰ ਘੰਟਾ ਡੇਢ ਘੰਟਾ ਪੜ੍ਹਨਾ ਪਊਗਾ because it is a serious case ਉਹਨੂੰ ਕਿਵੇਂ ਟ੍ਰੇਨ ਕਰਨਾ ਹੈ ਕਿਆ ਨਿਊਟ੍ਰੀਸ਼ਨ ਦੇਣਾ ਹੈ ਕਿਸ ਹਿਸਾਬ ਨਾਲ ਕਰਨਾ ਹੈ ਰਾਈਟ ਸੋ ਆਈ ਨੀਡ ਟੂ ਸਟੱਡੀ ਸੋ ਇਹ ਜਿਹੜੇ ਆਵਰਸ ਨੇ ਇਹਦੇ ਵਿੱਚ ਪੜ੍ਹਾਈ ਵੀ ਆ ਗਈ ਹੈ ਨਾ ਸੋ ਹਾਲੇ ਮੇਰੇ ਕੋਲ ਉਹ ਟਾਈਮ ਨਹੀਂ ਹੈਗਾ ਮਾਈ ਮੇਨ ਮੋਟਿਵ ਮੇਰਾ ਜਿਹੜਾ ਤੁਸੀਂ ਪੁੱਛਿਆ ਸੀਗਾ ਕਿ ਤੁਸੀਂ ਕੀ ਸੋਚਿਆ ਮਾਈ ਮੇਨ ਮੋਟਿਵ ਇਜ਼ ਰਿਡਿਊਸ ਮਾਈ ਟ੍ਰੇਨਿੰਗ ਆਵਰਸ ਐਜ਼ ਅ ਟ੍ਰੇਨਰ on floor हाँ on floor online थोड़ा ज़्यादा रखा because then I'll get the personal time flexibility also yes how much hours do you sleep राती 3-4 घंटे ते 1.5 hour दोपहर ਨੂੰ okay you're fixed afternoon sleep nap as well yes ਉਹ ਜ਼ਰੂਰੀ ਹੈ ਬਿਕੋਜ਼ ਰਿਕਵਰੀ ਦੇ ਦੇਖੋ ਵੈਸੇ ਜੇ ਬੋਲਿਆ ਜਾਂਦਾ ਕਿ 8 ਘੰਟੇ ਦੀ ਨੀਂਦ ਉਹ ਹੈ ਬਟ ਮੈਨੂੰ ਇਹ ਲੱਗਦਾ ਕਿ ਜੇ ਤੁਹਾਡੀ ਬੋਡੀ ਰਿਕਵਰ ਕਰ ਰਹੀ ਹੈ ਯੂ ਆਰ ਐਕਟਿਵ ਹੈ ਨਾ ਤੁਹਾਡਾ ਕੋਈ ਇਹ ਨਹੀਂ ਕਿ ਬਈ ਬੈਕ ਏਕ ਹੋ ਰਹੀ ਹੈ ਜਾਂ ਫਿਰ ਫੀਲਿੰਗ ਸਲੀਪੀ ਜਾਂ ਫਿਰ ਕੁਝ ਉਸ ਹਿਸਾਬ ਨਾਲ ਹੈ 4 ਘੰਟੇ ਇਜ਼ ਮੋਰ ਦੈਨ ਇਨਫ ਬਹੁਤ ਸਾਰੇ ਕੇਸਿਸ ਇਦਾਂ ਦੇ ਵੀ ਦੇਖੇ ਆ ਆਪਾਂ ਆਸ-ਪਾਸ ਵੀ ਤੁਸੀਂ ਦੇਖਦੇ ਹੋਵੋਗੇ ਕਿ ਪੀਪਲ ਟੇਕ ਗੁੱਡ ਸਲੀਪ ਐਂਡ ਬਟ ਤਾਂ ਵੀ ਬੜੇ ਟਾਇਰਡ ਉੱਠਦੇ ਆ ਕੀ ਰੀਜ਼ਨ ਹੋ ਸਕਦਾ ਮਲਟੀਪਲ ਰੀਜ਼ਨਸ ਆਉਂਦੇ ਤੁਹਾਡੇ ਕੋਲ ਇਹ ਕਲਾਇੰਟਸ ਲਾਈਕ ਇਹਦੇ ਇਸ਼ੂਜ਼ ਬਹੁਤ ਆਉਂਦੇ ਬਹੁਤ ਪਤਾ ਕੀ ਹੈ ਜਿੰਨਾ ਤੁਸੀਂ ਆਪਣੇ ਸਰੀਰ ਨੂੰ ਲੇਜ਼ੀ ਬਣਾ ਲੋਗੇ ਉਹਨਾਂ how you mold yourself like your body ਉਹ ਚੀਜ਼ ਮੈਟਰ ਕਰਦੀ ਕਈ ਇੱਦਾਂ ਦੇ ਵੀ ਲੋਕੀ ਹੈ ਜਿਹੜੇ ਸਿਰਫ 3 ਘੰਟੇ ਸੌਂਦੇ ਬਟ ਐਕਟਿਵ ਹੁੰਦੇ ਰਾਈਟ ਹੁਣ ਤੁਸੀਂ ਮੌਂਕਸ ਦੇਖ ਲਓ ਹੁਣ ਚਲੋ ਇਹ ਤਾਂ ਬਹੁਤ ਐਕਸਟ੍ਰੀਮ ਐਗਜ਼ਾਮਪਲ ਹੋ ਗਿਆ ਬਟ ਸਟਿਲ ਰਾਈਟ ਉਹਨਾਂ ਦਾ ਲਾਈਫ ਸਟਾਈਲ ਹੀ ਇਸ ਹਿਸਾਬ ਨਾਲ ਹੈ ਉਹ 48 ਘੰਟੇ ਵਿਦਆਊਟ ਸਲੀਪ ਰਹਿ ਸਕਦੇ ਰਾਈਟ ਸੋ ਜਿਹੜੀ ਹਿਊਮਨ ਬੋਡੀ ਹੈ ਨਾ ਉਹ ਇੱਦਾਂ ਦੀ ਚੀਜ਼ ਹੈ ਅਸੀਂ ਸੋਚ ਵੀ ਨਹੀਂ ਸਕਦੇ ਦੈਟ ਇਜ਼ ਬਿਯੋਂਡ ਆਰ ਥਿੰਕਿੰਗ ਆਪਾਂ ਆਪਣੇ ਮਾਈਂਡ ਨੂੰ ਕਿਵੇਂ ਟ੍ਰੇਨ ਕਰ ਸਕਦੇ ਹਾਂ ਕਿ ਇੱਕ ਪਾਰਟਿਕੂਲਰ ਸੈਟ ਰੂਟੀਨ ਨੂੰ ਫੋਲੋ ਕਰਨ ਲਈ ਬਿਲਕੁਲ ਅਗਰ ਕਿਸੇ ਨੇ 360 ਟ੍ਰਾਂਸਫਾਰਮੇਸ਼ਨ ਕਰਨਾ ਦੇਖੋ 360 ਟ੍ਰਾਂਸਫਾਰਮੇਸ਼ਨ ਜਿਹੜੀ ਹੈਗੀ ਹੈ ਉਹ ਤਾਂ ਦੇਖੋ ਡਿਲੂਜਨ ਹੈ ਯੈਸ ਤੁਸੀਂ ਨਹੀਂ ਕੀਤੀ ਬਟ ਜਿਵੇਂ ਅਗਰ ਆਪਾਂ ਗੱਲ ਕਰੀਏ ਲਾਈਕ ਦੈਟ ਵਾਸ ਅ ਗ੍ਰੈਜੂਅਲ ਪ੍ਰੋਸੈਸ ਨਾ ਕਿੰਨਾ ਟਾਈਮ ਲੱਗਿਆ ਤੁਹਾਨੂੰ ਦੇਖੋ ਮੈਂ ਸੱਚੀ ਕਹਾਂ ਮੈਂ ਐਗਜ਼ਾਮਪਲਸ ਨਾਲ ਸਮਝਾਣਾ ਹੁਣ ਜਿਵੇਂ ਕੰਪੀਟੀਸ਼ਨ ਤੋਂ ਬਾਅਦ ਸਾਡਾ ਰਿਬਾਊਂਡ ਫੇਸ ਹੁੰਦਾ ਉਹਦੇ ਵਿੱਚ ਕੋਚਿਸ ਲਾਈਕ ਕਿ ਕੁਝ ਵੀ ਖਾ ਲਓ ਕੋਈ ਗੱਲ ਨਹੀਂ ਹੈਗਾ ਤੇ ਜਿਹੜਾ ਮੇਰਾ ਫਰਸਟ ਈਅਰ ਦਾ ਰਿਬਾਊਂਡ ਫੇਸ ਸੀਗਾ ਉਹਦੇ ਵਿੱਚ ਮੈਂ ਮਿੱਠਾ ਵੀ ਖਾ ਲਿਆ ਸਾਰਾ ਕੁਝ ਖਾ ਲਿਆ ਰਾਈਟ ਦੋ ਆਈ ਵਾਸ ਅ ਪ੍ਰੋਫੈਸ਼ਨਲ ਬੋਡੀ ਬਿਲਡਰ ਮੇਰਾ ਡੈਡੀਕੇਸ਼ਨ ਸੀਗੀ ਬਟ ਚਲ ਮੈਂ ਖਾ ਲਿਆ ਰਾਈਟ ਵਾਟਰ ਹੋਲਡ ਹੋ ਗਿਆ ਸੀ ਮੈਂ ਬਹੁਤ ਜ਼ਿਆਦਾ ਫਲਫੀ ਹੋ ਗਿਆ ਸੀ ਰਾਈਟ ਕਾਫੀ ਕਾਰਡੀਓ ਕਰਨਾ ਪਿਆ ਬਾਅਦ ਚ ਰਾਈਟ ਹੁਣ ਜਿਹੜਾ ਮੇਰਾ ਰਿਬਾਊਂਡ ਫੇਸ ਹੈ ਕੰਪੀਟੀਸ਼ਨ ਤੋਂ ਬਾਅਦ ਮੈਂ ਹੁਣ ਵੀ ਡਾਈਟ ਤੇ ਆ ਮੇਨਟੇਨ ਕਰ ਰਹੇ ਹੋ ਤੁਸੀਂ ਯੈਸ I am on diet. I am eating the same thing which I was eating at my on season. ठीक है? So ये चीज़ तुझे लाके चलो उस time तो भी I was a champion right? First year से भी. So after my competitions मैं मिठा भी खाता सारा कुछ खाता. और I am stick to my diet. ठीक है? So ये चीज़ होती है. सब तो हौली करके changes आते हैं. और जिਵੇਂ आज ਦੀ डेट च जे मैं कहा कि ਜੋ ਸਰ ਨੇ ਲਿਖਿਆ ਹੋਇਆ ਹੈ ਨਾ ਆਪਾਂ ਵਿੱਚ ਨੂੰ ਚਲੋ ਹੁਣੇ ਸਰ ਨੇ ਕਿਹਾ ਕੁਛ ਵੀ ਖਾ ਲਓ ਬਟ ਵਿੱਚ ਨੂੰ ਜਿਵੇਂ ਮੈਰੀਨੇਸ਼ਨ 'ਚ ਆਪਾਂ ਥੋੜ੍ਹਾ ਜਿਹਾ ਮਸਾਲੇ ਪਾਤੇ ਜਾਂ ਫਿਰ ਨਾ ਬਟਰ ਚਿਕਨ ਦੀ ਗ੍ਰੇਵੀ ਪਾਤੀ ਫਲੈਟ ਫੂਡ ਹੀ ਖਾਂਦੇ ਤੁਸੀਂ ਜ਼ਿਆਦਾਤਰ ਵੈਸੇ ਫॉर ਦਿਸ ਟ੍ਰੇਨਿੰਗ ਹਾਂ ਤੇ ਪਹਿਲੇ ਆਦਤ ਸੀ ਖਾਣ ਦੀ ਕਿ ਬਲੈਡ ਫੂਡ ਕਿ ਨਹੀਂ ਪ੍ਰੋਪਰ ਮਸਾਲੇਦਾਰ ਖਾਣਾ ਮੈਂ ਤਾਂ ਬਹੁਤ ਫੂਡੀ ਹਾਂ ਮੈਂ ਤਾਂ ਆਮ ਸਵੀਟ ਮੈਂ ਸੱਚੀ ਕਹਾਂ ਮੈਂ ਮਿੱਠਾ ਦਾ ਇੰਨੀ ਸ਼ੌਕੀਨ ਸੀਗਾ ਨਾ ਸੋ ਉਹੀ ਮੈਂ ਦੱਸ ਰਿਹਾ ਫਸਟ ਈਅਰ 'ਚ ਮੈਂ ਮਿੱਠਾ ਖਾਧਾ ਹੈ ਔਰ ਸੈਕਿੰਡ ਈਅਰ 'ਚ ਮੈਂ ਨਹੀਂ ਖਾ ਰਿਹਾ ਰਾਈਟ ਸੋ ਇਟ ਇਜ਼ ਨਾਟ ਅਬਾਊਟ ਗਿਵਿੰਗ ਅ 360 ਟਰਨ ਮੈਂ ਜੇ ਤੁਹਾਨੂੰ ਕਹਾਂ ਕਿ ਕੱਲ੍ਹ ਤੋਂ ਡਾਈਟ ਦੇਵਾਂ ਤੁਸੀਂ 4 ਦਿਨ ਡਾਈਟ ਕਰੋਗੇ ਉਸ ਤੋਂ ਬਾਅਦ ਯੂ ਵਿਲ ਬੀ ਲਾਈਕ ਨਹੀਂ ਹੈ ਨਾ ਮੇਰੇ ਜਿੰਨੇ ਕਲਾਇੰਟਸ ਹੁੰਦੇ ਮੈਂ ਕਿਸੇ ਨੂੰ ਫਿਕਸ ਡਾਈਟ 'ਤੇ ਨਹੀਂ ਰੱਖਦਾ ਫਲੈਕਸੀਬਲ ਡਾਈਟਿੰਗ 'ਤੇ ਰੱਖਦਾ ਬਿਕੋਜ਼ ਦੈਟ ਇਜ਼ ਦ ਮੋਸਟ ਸਸਟੇਨੇਬਲ ਵੇ ਟੂ ਹੈਵ ਸਸਟੇਨੇਬਲ ਰਿਜ਼ਲਟਸ ਉਹ ਚੀਜ਼ ਹੈ ਠੀਕ ਹੈ ਸੋ
360 ਟ੍ਰਾਂਸਫੋਰਮੇਸ਼ਨ ਜੇ ਆਪਾਂ ਕਹੀਏ ਉਹਦੇ ਵਿੱਚ ਵੀ ਘੰਟਾ ਡੇਢ ਘੰਟਾ ਸਾਲ ਡੇਢ ਸਾਲ ਲੱਗਦਾ ਸਾਲ ਡੇਢ ਸਾਲ ਲੱਗਦਾ 360 ਟ੍ਰਾਂਸਫੋਰਮੇਸ਼ਨ ਦੀ ਤਾਂ ਚਲੋ ਤੁਸੀਂ ਦੱਸਤਾ ਕਿ ਸਾਲ ਡੇਢ ਸਾਲ ਲੱਗਦਾ। ਹਾਂ ਮਤਲਬ ਐਦਾਂ ਨਹੀਂ ਹੈ ਕਿ ਅੱਜ ਇੱਕ ਦਿਨ 'ਚ ਤੁਸੀਂ ਇੱਕਦਮ ਉਹ ਕਰ ਲਓਗੇ। ਇਟ ਇਜ਼ ਮੈਟਰ ਆਫ ਚੇਂਜਿੰਗ ਦ ਲਾਈਫ ਸਟਾਈਲ, ਸੋ ਇਟ ਟੇਕਸ ਟਾਈਮ। ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਜਦ ਕਿਸੇ ਨੇ ਡਿਸਿਪਲਿਨਡ ਹੋਣਾ? ਸਭ ਤੋਂ ਪਹਿਲਾ ਬੇਸਿਕ ਸਟੈਪ ਜੋ ਬੰਦੇ ਨੂੰ ਹੈਲਪ ਕਰੇਗਾ। ਬਹੁਤ ਉਹ ਹੈਗਾ। ਹੁਣ ਦੇਖੋ ਕਦੇ ਕਦਾਰ ਇਹ ਹੁੰਦਾ ਕਿ ਕਿਸੇ ਨੇ ਤੁਹਾਨੂੰ ਕੁਝ ਕਹਿਤਾ ਹੈ ਨਾ, ਜਾਂ ਹਾਈਪੋਥੈਟਿਕਲੀ ਕਿਸੇ ਕੁੜੀ ਨੂੰ ਤੁਸੀਂ ਪਸੰਦ ਕਰਦੇ, ਉਹਨੇ ਬੇਇੱਜ਼ਤੀ ਕਰਤੀ, ਤੁਹਾਡੇ ਦਿਲ ਤੇ ਲੱਗ ਗਈ। ਬੇਇੱਜ਼ਤੀ ਮਤਲਬ ਤੁਸੀਂ ਯੈਸ ਠੀਕ ਹੈ ਕਿ ਹਾਂ ਬਈ ਦਿਲ ਤੇ ਲੱਗ ਗਈ ਗੱਲ। ਤੁਸੀਂ ਆਪਣੇ ਕਲਾਇੰਟਸ ਨਾਲ ਵੀ ਦਿਨ ਕਰਦੇ ਹੋ ਨਾ ਵੈਸੇ? ਹਾਂ ਨਹੀਂ, ਇਟ ਡਿਪੈਂਡਸ। ਕਈ ਕਲਾਇੰਟਸ ਹੁੰਦੇ ਜਿਹੜੇ ਬੇਇੱਜ਼ਤੀ ਇਧਰੋਂ ਸਲਿੱਪ ਕਰਕੇ ਨਿਕਲ ਜਾਂਦੀ, ਲੱਗਦੇ ਨਹੀਂ ਕਿ ਉਹਨਾਂ ਨੂੰ ਲੱਗ ਜੇ ਹੈ ਨਾ, ਥੋੜਾ ਕਰ ਲੈਣ ਕੁਝ। ਦੇਖੋ ਜਿਵੇਂ ਹੁਣ ਮੇਰੇ ਨਾਲ ਦੇ ਨਹੀਂ, ਜਿਹੜੇ ਮੇਰੇ ਐਕਸ ਕੋਲੀਗਸ ਹੈਗੇ, ਤੇ ਮੇਰਾ ਐਕਸੀਡੈਂਟ ਹੋ ਗਿਆ ਸੀਗਾ, ਠੀਕ ਹੈ, ਦੇ ਵਰ ਦਾ ਵਨ ਉਹ ਜੋ ਮੈਨੂੰ ਟੌਂਟ ਮਾਰਦੇ ਸੀ ਕਿ ਹੁਣ ਤਾਂ ਤੂੰ ਬੋਡੀ ਬਿਲਡਿੰਗ ਕੀ ਕਰੂਗਾ, ਤੇਰੀ ਤਾਂ ਲੈਗਸ ਨਹੀਂ, ਤੇਰੀ ਤਾਂ ਹੁਣ ਲੈਗਸ ਨਹੀਂ ਬਣਨੀ। ਓ ਮਾਈ ਗॉड, ਹੈ ਜੇ ਵੀ ਲੋਕ ਯੈਸ ਮੈਂ ਸੁਣਿਆ, ਇਹ ਚੀਜ਼ਾਂ ਸੁਣੀਆਂ ਨੇ। ਬਟ ਅੱਜ ਦੀ ਡੇਟ 'ਚ ਜੇ ਮੈਂ ਕਹਾਂ, ਵੈਨ ਆਈ ਐਮ ਔਨ ਸਟੇਜ ਮਾਈ ਲੈਗਸ ਆਰ ਮਾਈ ਸਟਰੋਂਗੈਸਟ ਪੁਆਇੰਟ। ਲੈਗਸ ਆਰ ਯੋਰ ਸਟਰੋਂਗੈਸਟ? ਯੈਸ, ਬਾਈ ਬਿਕਾਜ਼ ਮੈਂ ਸੱਚੀ ਕਹਿ ਰਿਹਾ, ਮੈਂ ਉਹ ਗੱਲ ਦਿਲ ਤੇ ਲਾਈ ਰਾਈਟ, ਉਹ ਚੀਜ਼ ਹੈ। ਤੁਹਾਨੂੰ ਕੀ ਲੱਗਦਾ ਸਭ ਤੋਂ ਜ਼ਿਆਦਾ ਤੁਹਾਡੀ ਮਿਹਨਤ ਹੈ ਕਿ ਤੁਹਾਡੀ ਟ੍ਰੇਨਿੰਗ? ਜਿਵੇਂ ਤੁਸੀਂ ਨਕੁਲ ਸਰ ਨੂੰ ਬਹੁਤ ਵਾਰ ਮੈਂਸ਼ਨ ਕੀਤਾ ਕਿ ਉਹਨਾਂ ਦਾ ਜ਼ਿਆਦਾ ਹਾਰਡ। ਦੇਖੋ ਨਕੁਲ ਸਰ played a very big role and trust me, he's an underdog. ਲੋਕਾਂ ਨੂੰ ਨਹੀਂ ਪਤਾ ਉਹਨਾਂ ਦੀ ਵੈਲਿਊ ਦਾ ਅੱਜ ਦੀ ਡੇਟ 'ਚ। ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ, ਬਟ ਬਿਕਾਜ਼ ਹੀ ਇਜ਼ ਨੋਟ ਇਨਟੂ, ਉਹਨਾਂ ਆਪਣੇ ਆਪ ਨੂੰ ਜ਼ਿਆਦਾ ਸੋਸ਼ਲਾਈਜ਼ ਜਾਂ ਫਿਰ ਜ਼ਿਆਦਾ ਮਾਰਕੀਟ ਨਹੀਂ ਕਰਦੇ। ਆਰ ਯੂ ਕੰਫਰਟੇਬਲ ਟੈਲਿੰਗ ਮੋਰ ਅਬਾਊਟ ਹਿਮ, ਲਾਈਕ ਹੂ ਹੀ ਇਜ਼, ਲਾਈਕ ਪ੍ਰੋਫਾਈਲ ਉਹਨਾਂ ਦੀ? ਦੇਖੋ ਹੀ ਇਜ਼ ਅ ਵੈਰੀ ਮੋਡੈਸਟ ਪਰਸਨ, ਵੈਰੀ ਹੰਬਲ ਪਰਸਨ, ਵੈਰੀ ਡਿਸਿਪਲਿਨ ਪਰਸਨ, ਠੀਕ ਹੈ। ਉਹ ਐਕਚੁਅਲ 'ਚ ਉਹ ਬੰਦਾ ਨਾ ਐਕਚੁਅਲ 'ਚ ਗੇਮ ਨੂੰ ਪਿਆਰ ਕਰਦਾ। ਉਹ ਇੱਦਾਂ ਦੇ ਬੰਦੇ ਆ ਜਿਵੇਂ ਕਈ ਆਪਣੇ ਪਾਸਟ ਵਿੱਚ ਐਥਲੀਟਸ ਰਹੇ ਨੇ ਜਿਹੜੇ ਫੀਸ ਨਹੀਂ ਦੇ ਸਕਦੇ ਸੀ, ਉਹਨਾਂ ਨੇ ਫ੍ਰੀ 'ਚ ਵੀ ਤਿਆਰ ਨੌਲੇਜ ਦਿੱਤੀ ਹੈ, ਗਾਈਡ ਕਰਿਆ ਹੈ ਸਾਰਾ, ਰਾਈਟ। he is all into bodybuilding by actually seeing the talent or like at the potential and what is the level of dedication and everything. ਮਤਲਬ ਮੈਂ ਉਹਨਾਂ ਨੂੰ ਇੰਨਾ, ਮੈਂ ਸੱਚੀ ਕਹਾਂ, ਮੈਂ ਅੱਜ ਦੀ ਡੇਟ 'ਚ ਜਾਂ ਤਾਂ ਮੈਂ ਆਪਣੀ ਸਹੇਲੀ ਤੋਂ ਡਰਦਾ ਹਾਂ, ਤੇ ਨੋਟ ਡਰ ਬਟ ਇੱਕ ਉਹ ਰਿਸਪੈਕਟ ਹੁੰਦਾ ਕਿ ਹਾਂ ਬਈ ਨਾਰਾਜ਼ ਨਾ ਹੋ ਜਾਏ, ਹੈ ਨਾ, ਉਹ ਇਹ ਡਰ ਵਾਲਾ ਨਾ ਰੱਖਿਓ, ਜੁੱਤੀਆਂ ਪੈਣੀਆਂ, ਠੀਕ ਆ। ਦੂਜਾ ਇਟਸ ਨਕੁਲ ਸਰ ਨੇ, ਮੈਨੂੰ ਯਾਦ ਹੈ ਉਹਨਾਂ ਨੇ ਨਾ ਲਿਟਰਲੀ ਮੇਰਾ ਫੋਨ ਫੜ ਕੇ, ਕਿਉਂਕਿ ਮੈਂ ਵਿੱਚ ਨੂੰ ਨਾ ਥੋੜਾ ਜਿਹਾ ਆਫ ਟਰੈਕ ਹੋ ਗਿਆ ਸੀ, ਮੈਂ ਸਵਿਗੀ ਆਰਡਰ ਕਰਕੇ ਖਾਣ ਲੱਗ ਗਿਆ ਸੀ। ਉਹਨਾਂ ਨੇ ਸੀਰੀਅਸਲੀ ਹੀ ਟੁੱਕ ਮਾਈ ਫੋਨ, ਹੀ ਸਰਚ ਦ ਹਿਸਟਰੀ, ਰਾਈਟ। ਉਹਨਾਂ ਨੇ ਮੈਨੂੰ ਮੂੰਹ ਤੇ ਕਿਹਾ, ਜਾਂ ਤਾਂ ਤੂੰ ਡਾਈਟ ਕਰ ਪ੍ਰੋਪਰ ਜਾਂ ਫਿਰ ਮੈਨੂੰ ਛੱਡ ਦੇ। ਮੈਂ ਸੱਚੀ ਕਹਾਂ ਉਸ ਟਾਈਮ ਤੇ ਮੈਂ ਡਰ ਗਿਆ ਸੀਗਾ ਕਿ ਮੇਰਾ ਕੋਚ ਨਾ ਮੈਨੂੰ ਛੱਡ ਦੇ। ਉਹ ਦਿਨ ਹੈ ਤੇ ਅੱਜ ਦਾ ਦਿਨ ਹੈ, ਜੇ ਮੈਂ ਐਕਸਟਰਾ ਵੀ ਕੁਝ ਖਾਣਾ ਨਾ, ਤੇ ਮੈਂ ਹੁਣ ਜਿਵੇਂ ਮੈਂ ਘੁੰਮਣ ਗਿਆ ਸੀਗਾ, ਇਟ ਵਾਜ਼ ਮਾਈ ਬਰਥਡੇ, ਰਾਈਟ। ਮੈਂ ਬਰਥਡੇ ਈਵ ਤੇ ਬੀਅਰ ਵੀ ਕਿੰਨੀ ਪੀਣੀ ਸੀ ਉਹ ਵੀ ਮੈਂ ਪੁੱਛ ਕੇ ਪੀਤੀ ਆ। ਓਕੇ, ਸੋ ਦਿਸ ਇਜ਼ ਹਾਊ ਕਿ ਬਈ ਇੱਕ ਕੋਚ ਦਾ ਹੈ ਨਾ ਡਰਾਵਾ ਐਂਡ ਇੱਕ ਰਿਸਪੈਕਟ, ਇੱਕ ਉਹ ਚੀਜ਼ ਹੁੰਦੀ ਹੈ। ਸੋ ਬਹੁਤ ਉਹਨਾਂ ਦਾ ਮੇਜਰ ਰੋਲ ਹੈਗਾ ਮੇਰੇ ਤੇ। ਦੋ ਜਣਿਆਂ ਦਾ ਤਾਂ ਬਹੁਤ ਨਾਮ ਲਿੱਤਾ ਹੈ ਤੁਸੀਂ, ਨਕੁਲ ਸਰ ਦੇ ਬਾਰੇ ਤਾਂ ਦੱਸਤਾ, ਹੁਣ ਤੁਸੀਂ ਥੋੜਾ ਆਪਣੀ ਗਰਲਫ੍ਰੈਂਡ ਬਾਰੇ ਵੀ ਦੱਸ ਦਿਓ ਜਿਨ੍ਹਾਂ ਤੋਂ ਡਰਦੇ ਹੋ। ਨਹੀਂ ਡਰਦਾ ਨਹੀਂ ਹੈਗਾ ਮੈਂ। ਅੱਛਾ, ਰਿਸਪੈਕਟ ਹੁੰਦੀ ਹੈ। ਪੁੱਛੀਏ ਮਾੜਾ ਜਿਹਾ ਫੋਨ ਕਰਕੇ ਇੱਕ ਵਾਰ। ਨਹੀਂ ਇਹ how did you meet her, like ਅਗਰ ਤੁਸੀਂ ਕੰਫਰਟੇਬਲ ਹੋ, tell us more about your love story. ਲਵ ਸਟੋਰੀ ਕੁਛ ਵੀ ਨਹੀਂ ਸੀ, ਮੇਰੇ ਜਿਮ ਚ ਆਉਂਦੇ ਸੀਗੇ ਐਂਡ ਮੈਂ ਪਟਾਨ ਲਈ ਨਹੀਂ ਪਟਾਨ ਨਹੀਂ ਲਈ, ਤਾਂ ਉਹ ਆਪਣੇ ਬੇਸਿਕਲੀ ਉਹ ਆਪਣੇ ਸਿਸਟਰ ਨੂੰ ਟ੍ਰੇਨ ਕਰਨ ਆਉਂਦੇ ਸੀਗੇ। ਓਕੇ, who is she otherwise by profession? She is also into fitness. She is also into fitness. Okay. Yes, online training ਦਿੰਦੇ ਨੇ ਉਹ। ਤੇ ਉੱਥੇ ਉਹ ਜਿਮ ਚ ਟ੍ਰੇਨਿੰਗ ਦੇਣ ਆਉਂਦੇ ਸੀ ਕਿਸੇ ਹੋਰ ਨੂੰ? ਨਹੀਂ, ਉਹ ਆਪਣੀ ਸਿਸਟਰ ਨੂੰ ਟ੍ਰੇਨ ਕਰਨ ਆਉਂਦੇ ਸੀ, ਰੀਅਲ ਸਿਸਟਰ। ਓਕੇ, ਰਾਈਟ, ਉਹਨਾਂ ਦੇ ਨਾਲ ਆਉਂਦੇ ਸੀਗੇ ਬਈ ਮੈਂ ਵਰਕਆਊਟ ਕਰਾ ਦਾਂਗੀ। ਓਕੇ, ਤੇ ਮੈਨੂੰ ਵਧੀਆ ਲੱਗੀ, ਦੇਖਣ 'ਚ ਵਧੀਆ ਲੱਗੀ, ਹੈ ਨਾ। ਸੋ ਮੈਂ ਜਾ ਕੇ ਮੈਂ ਇੱਕ ਪਰਟੀਕੂਲਰ ਐਕਸਰਸਾਈਜ਼ ਲਾ ਰਹੀ ਸੀਗੀ, ਮੈਂ ਕਿਹਾ ਇਹ ਐਵੇਂ ਨਹੀਂ ਐਵੇਂ ਲਾਣੀ ਹੈ, ਬਟ ਉਹ ਐਕਚੁਅਲ 'ਚ ਉਹ ਐਕਸਰਸਾਈਜ਼ ਨਹੀਂ ਲਾ ਰਹੀ ਸੀ, ਹੋਰ ਕੋਈ ਐਕਸਰਸਾਈਜ਼ ਲਾ ਰਹੇ ਸੀ। ਓਕੇ, ਸੋ ਮੈਨੂੰ you took the chance ਕਿ genuinely help ਕਰਨ ਗਏ ਸੀ? नहीं, I took the chance to be honest. Okay, ठीक है। उन्होंने कहता नहीं हम ये नहीं ये लगा रहे, हाँ जी मैम सॉरी मैम। ओके, चल मैं क्या बेइज्जती होगी, फिर तो मैं एक दो बार हाय हेलो की, उन्होंने इग्नोर किया। बस फिर मैं क्या भाई ਇਹਨਾਂ ਨਾਲ ਤਾਂ ਗੱਲ ਕਰਨੀ ਹੈ,
ਫਿਰ ਮੈਂ ਗੱਲ ਕਰਨੀ ਹੈ ਇਗਨੋਰ ਹੋਣ ਤੋਂ ਬਾਅਦ ਆਇਆ ਅੰਦਰ ਉਹ ਬੰਦੇ ਬਿਕਾਜ਼ ਮੈਂ ਨਾ ਸਟਾਰਟਿੰਗ ਤੋਂ ਮੇਰਾ ਐਵੇਂ ਰਿਹਾ ਕਿ ਮੈਨੂੰ ਕਿਸੇ ਨੇ ਨਾ ਮਨਾ ਨਹੀਂ ਕੀਤਾ ਓ ਅੱਛਾ ਰਾਈਟ ਸੋ ਮੈਂ ਫਸਟ ਟਾਈਮ ਐਕਸਪੀਰੀਅੰਸ ਕੀਤਾ ਕਿ ਬਈ ਕੋਈ ਕੁੜੀ ਜਿਹੜੀ ਐਟੀਟਿਊਡ ਦਿਖਾ ਰਹੀ ਹੈ ਜਾਂ ਫਿਰ ਜਮਾ ਇਦਾਂ ਕਰ ਰਹੀ ਹੈ ਸੋ ਬਸ ਫਿਰ ਆਪਣਾ ਗੱਲ ਹੋਈ ਐਂਡ ਆਈ ਵੈਂਟ ਵਿਦ ਦ ਫਲੋ ਮੈਂ ਜਾ ਕੇ ਬਸ ਹੈਲੋ ਹਾਈ ਕਿ ਕਹਾਂ ਪਿਘਲੇ ਉਹ ਪਤਾ ਨਹੀਂ ਉਹਨਾਂ ਨੂੰ ਵੀ ਨਹੀਂ ਪਤਾ ਟੂ ਬੀ ਓਨੈਸਟ ਏਦਾਂ ਹੀ ਕਿੰਨਾ ਟਾਈਮ ਲੱਗਿਆ ਟੂ ਕਨਵਿੰਸ ਹਰ ਲਾਈਕ ਏਦਾਂ ਹੀ ਉਹ ਕਦੋਂ ਫੀਲ ਹੋਇਆ ਟੂ ਬੀ ਓਨੈਸਟ ਆਈ ਰੀਅਲੀ ਡੋਂਟ ਨੋ it actually flow ਚ ਹੋ ਗਿਆ ਓਕੇ मतलब serious because she is very different बहुत selfless ਨੇ and you know ਉਹ ਮਤਲਬ ਉਹ ਇਦਾਂ ਦੀ ਕੁੜੀ ਹੈ ਜੇ ਹੁਣ if you are going on a two-way road right ਜੇ ਮੇਰੀ ਹਾਈ ਬੀਮ ਹੈ ਨਾ ਮੈਨੂੰ ਝਾੜ ਦੋਗੀ ਸਾਹਮਣੇ ਵਾਲੇ ਨੂੰ ਨਹੀਂ ਦਿਖੂਗਾ ਤੁਸੀਂ ਲੋ ਬੀਮ ਕਰੋ ਦੂਜਿਆਂ ਨੂੰ ਦੇਖ ਕੇ ਬਹੁਤ ਡਰਦਾ ਐਂਡ ਕੋਈ ਫਾਲਤੂ ਦਾ ਮਟੀਰੀਅਲਿਜ਼ਮ ਸ਼ੋਸ਼ੇਬਾਜ਼ੀ ਕੁਛ ਨਹੀਂ ਵੈਰੀ ਸਿੰਪਲ ਗਰਲ ਲਾਈਕ ਸ਼ੀ ਇਜ਼ ਬੈਲੈਂਸਿੰਗ ਯੂ ਆਊਟ ਅਗਰ ਆਪਾਂ ਸਹੀ ਵਿੱਚ ਗੱਲ ਕਰੀਏ ਕਿ ਜਿਵੇਂ ਤੁਸੀਂ ਆਪਣੇ ਬਾਰੇ ਦੱਸਿਆ ਤੇ ਉਹ ਬਿਲਕੁਲ ਆਪੋਜ਼ਿਟ ਆਫ yours in terms of that calm as yes ਬਹੁਤ ਸੈਲਫਲੈਸ ਹੈ ਬਹੁਤ ਜ਼ਿਆਦਾ ਮਤਲਬ she was very different ਇੱਦਾਂ ਦੀ ਕੁੜੀਆਂ ਨਹੀਂ ਹੁੰਦੀਆਂ ਅੱਜ ਦੀ ਡੇਟ 'ਚ ਸੋ ਦੈਟ ਵਾਸ ਦ ਰੀਜ਼ਨ ਕਿ ਆਈ ਗੋਟ ਇਨਕਲਾਈਨ ਟੂਵਰਡਸ ਹਰ ਐਂਡ ਬਹੁਤ ਹੀ ਜੈਨੂਇਨ ਸੀਗੇ very nice to know ਆਪਾਂ ਵੈਸੇ ਅੱਜ ਕੱਲ੍ਹ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਟ੍ਰੇਨਿੰਗਸ ਬੋਡੀ ਬਿਲਡਿੰਗ ਬਾਰੇ ਦੱਸਦੇ ਹੈ ਤੁਹਾਨੂੰ ਲੱਗਦਾ ਕਿ ਉਹ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹੈ ਰੀਅਲ ਲਾਈਫ ਡਿਫਰੈਂਟ ਹੈ ਦੇਖੋ ਮੈਂ ਕਹੂੰਗਾ 90% ਜਿਹੜੇ ਹੈਗੇ ਆ ਨਾ ਉਹ ਤਾਂ ਪਤਾ ਨਹੀਂ ਕੀ ਕਰ ਰਹੇ ਨੇ 10% ਆਈ ਕੈਨ ਸੇ ਦੇ ਆਰ ਜੈਨੂਇਨ ਰਾਈਟ ਬਿਕਾਜ਼ ਬੋਡੀ ਬਿਲਡਿੰਗ ਬਹੁਤ ਸਬਜੈਕਟਿਵ ਚੀਜ਼ ਹੈ ਬੋਡੀ ਬਿਲਡਿੰਗ ਦਾ ਤੁਸੀਂ ਤੁਸੀਂ ਕੋਈ ਵੀ ਵਰਲਡ ਕਲਾਸ ਐਥਲੀਟ ਜਾਂ ਵੈਸੇ ਜੇ ਕਿਸੇ ਨੂੰ ਦੇਖਿਓ ਦੇ ਵਿਲ ਨੈਵਰ talk about steroids or these arms and है ना देखिए ये ले लो वो ले लो इतने में लगाओ है ना they will talk about training they will talk about health benefits they will talk about training regime they will talk about nutrition plan what to eat what not to eat right ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵਧੀਆ ਲੈਵਲ ਤੇ ਆਪਣੇ ਇੱਥੇ ਜਣਾ ਖਣੇ ਆਨਲਾਈਨ ਕੋਚ ਬਣਿਆ ਹੋਇਆ ਬਿਕਾਜ਼ ਸੀ ਜਿਹੜੀ ਬੋਡੀ ਬਿਲਡਿੰਗ ਹੈ ਨਾ ਇਹ ਉਹਦੇ ਲਈ ਨਾ ਤੁਸੀਂ ਮਤਲਬ 10 ਸਾਲ ਵੀ ਲਾ ਦੋਗੇ ਨਾ ਫਿਰ ਵੀ ਤੁਸੀਂ ਲਾ ਕੇ ਚਲੋ 25% ਹੀ ਤੁਸੀਂ ਬੋਡੀ ਬਿਲਡਿੰਗ ਨੂੰ ਲਰਨ ਕਰ ਪਾਓ ਓਕੇ ਬਿਕਾਜ਼ ਇਟ ਇਜ਼ ਅ ਸਬਜੈਕਟਿਵ ਥਿੰਗ ਆਲਸੋ you have to have the knowledge of your endocrine system you have to have knowledge of biomechanics you have to have knowledge about nutrition right ਤੁਹਾਨੂੰ physiology ਪਤਾ ਹੋਣੀ ਚਾਹੀਦੀ ਹੈ ਤੁਹਾਡੀ ਕਲਾਇੰਟ ਤੇ ਕਿਸ ਹਿਸਾਬ ਨਾਲ ਹੈ right ਤੁਹਾਨੂੰ ਕਲਾਇੰਟ ਦਾ ਮਾਈਂਡ ਰੀਡ ਕਰਨਾ ਆਉਣਾ ਚਾਹੀਦਾ ਠੀਕ ਹੈ ਹੁਣ ਕੋਈ ਕਲਾਇੰਟ ਹੈ ਉਹ ਟੈਨਸ਼ਨ ਹੈ ਉਹਦਾ ਕੋਰਟੀਸੋਲ ਲੈਵਲ ਅਪ ਉਹਦੀ ਡਾਈਜੈਸ਼ਨ ਕਿਵੇਂ ਵਧੀਆ ਹੋਊਗੀ ਉਹਦੀ ਰਿਕਵਰੀ ਕਿਵੇਂ ਵਧੀਆ ਹੋਊ ਹਾਊ ਟੂ ਮੈਨੇਜ ਸਟ੍ਰੈਸ ਐਂਡ ਕੋਰਟੀਸੋਲ ਲੈਵਲਸ ਬਾਈ ਡੂਇੰਗ ਐਵਰੀਥਿੰਗ ਯੂ ਲਾਈਕ ਜਿਵੇਂ ਮੈਂ ਕਦੇ ਸਟ੍ਰੈਸ ਆਊਟ ਹੁੰਦਾ ਹੀ ਨਹੀਂ ਹੈਗਾ ਕਿਉਂ ਬਿਕਾਜ਼ I you know ਮੈਂ ਵਧੀਆ ਫੀਲ ਕਰਦਾ when I am lifting weight I am all sweat out and everything so that is my gateway ਠੀਕ ਹੈ ਹੁਣ ਇਹ ਗੇਟਵੇ ਇੱਕ ਪੋਜ਼ਿਟਿਵ ਉਸ 'ਚ ਹੋਊਗਾ ਤੁਹਾਡਾ ਇੱਕ ਮੋਟਿਵ ਹੈ ਫੋਰ ਐਗਜ਼ਾਮਪਲ ਯੂ ਆਰ ਬਿਲਡਿੰਗ ਅਪ ਦਿਸ ਚੈਨਲ ਯੂ ਆਰ ਸੀਇੰਗ ਕਿ ਬਈ ਐਵਰੀ ਡੇ 10 12 15 ਸਬਸਕ੍ਰਾਈਬਰਸ ਵੱਧ ਰਹੇ ਰਾਈਟ obviously your stress level will come down है ना a sense of achievement can make yes exactly वो चीज़ है so key takeaway to reduce the cortisol level is keep working on your goals you can say like that for that you have to have goals do you think there are very less ambitious people or there are everybody ambitious around us right there are very less actual ambitious people because ਲੋਕਾਂ ਦਾ ambition ਇਹ ਹੁੰਦਾ ਪੈਸਾ ਕਮਾਉਣਾ ਮੇਰਾ ਵੀ ਸੀਗਾ ਇੱਕ ਟਾਈਮ ਤੇ but with age with time I got to know ਕਿ ਬਈ it is not about earning money तो कहते हैं ना कि कामयाबी के पीछे नहीं कामयाब होने पे के पीछे भागो so if I am मेरी एक particular फीस है वो ਤਾਂ ਹੈ कि because I have the knowledge I have the skill ਲੋਕਾਂ ਨੂੰ ਪਤਾ ਹੈ ਇਹ ਚੀਜ਼ ਬੰਦਾ ਮੇਰੀ ਠੀਕ ਕਰ ਦੂਗਾ ਠੀਕ ਹੈ so ਤੁਸੀਂ knowledge acquire and skill set acquire ਕਰਨ ਦੇ ਪਿੱਛੇ ਭੱਜੋ ਮੈਕਸਿਮਮ ਲੋਕ ਕੀ ਕਰ ਰਹੇ ਨੇ ਉਹਨਾਂ ਦਾ ਲਾਈਫ 'ਚ ਮੇਨ ਏਮ ਹੈ ਕਿ ਪੈਸਾ ਕਮਾਉਣਾ even if they are not good at it ਉਹਨਾਂ ਦਾ ਮੇਨ ਏਮ ਹੀ ਇਹ ਹੈ ਲੋਕੀ ਪ੍ਰੋਫੈਸ਼ਨ ਇਹ ਚੀਜ਼ ਦੇਖ ਕੇ ਚੂਜ਼ ਕਰਦੇ ਆ ਕਿ ਬਈ ਉਹਦੀ ਮੋਨਿਟਰੀ ਗਰੋਥ ਕਿਸ ਹਿਸਾਬ ਨਾਲ ਹੈ ਰਾਈਟ ਇਹ ਚੀਜ਼ ਬਹੁਤ ਗਲਤ ਹੈ ਹੁਣ ਜਿਵੇਂ
ਮੈਂ ਆਪਣੀ ਸਿਸਟਰ ਦੀ ਗੱਲ ਕਰਾਂਗਾ, ਮੈਂ ਉਹਨੂੰ ਇਹ ਚੀਜ਼ ਕਹਿਣਾ, ਸ਼ੀ ਇਜ਼ ਲਾਈਕ ਕਿ ਵੀਰੇ ਜਿਹੜੇ ਮੈਂ ਕਰ ਰਹੀ ਹਾਂ ਇਹਦੇ ਵਿੱਚ ਇੰਨਾ ਉਹ ਪੈਸਾ ਪੂਸਾ ਹੈ ਨਹੀਂ. What is she doing otherwise? She is doing psychology. Okay. Right? She wants to go into criminal psychology. Okay. So ਮੈਂ ਉਹਨੂੰ ਆਈ ਗਿਆ, ਮੈਂ ਕਿਹਾ ਤੂੰ ਇਹ ਨਾ ਦੇਖ ਕਿ ਉਹਦੇ ਵਿੱਚ ਇਹ ਹੈ ਕਿ ਨਹੀਂ. ਮੈਂ ਕਿਹਾ ਤੂੰ ਇਹ ਹਿਸਾਬ ਲਾ, ਆਫਟਰ ਗ੍ਰੈਜੂਏਸ਼ਨ 2-3 ਸਾਲ ਕਿਸੇ ਦੇ ਅੰਡਰ ਕੰਮ ਕਰਕੇ ਜੇ ਤੁਸੀਂ ਇੰਨੀ ਸਕਿੱਲ ਸੈਟ ਐਕਵਾਇਰ ਕਰ ਲਿਆ ਕਿ ਯੂ ਆਰ ਅਮੰਗ ਦਾ ਮੋਸਟ ਟੈਲੈਂਟਡ ਐਂਡ ਯੂ ਨੋ ਸਭ ਤੋਂ ਵਧੀਆ ਸਾਈਕੋਲੋਜਿਸਟ ਇਨ ਇੰਡੀਆ, obviously companies will come to you. Same way ਜੇ ਤੁਸੀਂ ਇੱਕ ਅੱਛਾ ਆਪਣਾ ਪੋਰਟਫੋਲੀਓ ਬਣਾਉਂਦੇ ਹੋ ਫਾਈਨਲ ਈਅਰ ਤੱਕ, ਰਾਈਟ, ਤੇ ਤੁਹਾਨੂੰ ਇੰਟਰਵਿਊ ਵਾਸਤੇ ਨਹੀਂ ਦੇਣਾ ਜਾਣਾ ਹੁੰਦਾ. ਇੱਕ ਟੌਪਰ ਕਦੇ ਵੀ ਇੰਟਰਵਿਊ ਦੇਣ ਨਹੀਂ ਜਾਂਦਾ, ਉਹਨੂੰ ਕਾਲਸ ਆਉਂਦੇ ਨੇ Exactly. ਕਿ ਸਾਡੀ ਕੰਪਨੀ 'ਚ ਆ ਜਾਓ. ਕਿ be best at what you are. ਯੈਸ, ਕੁਝ ਵੀ ਚੀਜ਼ ਚੂਜ਼ ਕਰੋ, ਜੇ ਤੁਸੀਂ ਬੈਸਟ ਹੋ ਨਾ ਤੁਹਾਡੇ ਕੋਲ ਆਪੇ ਕੰਮ ਤੇ ਪੈਸਾ ਹੋਊਗਾ. ਬਟ ਫॉर दैट you have to build yourself. Knowledge wise, skill wise, looks wise, very important. You believe Your presence your presence matters, matters. even if you are most skillful person in the room. ਬਹੁਤ ਮੈਟਰ ਕਰਦੀ ਹੈ. ਸਾਡੀ ਮਾਰਕੀਟਿੰਗ ਕੀ ਹੈ, ਹੁਣ ਮੈਂ ਫਲੋਰ ਤੇ 4 ਟ੍ਰੇਨਰ ਖੜੇ ਨੇ, ਇੱਕ ਹਾਈ ਪੇਇੰਗ ਕਲਾਇੰਟ ਆਂਦਾ ਹੈ, ਠੀਕ ਹੈ, ਉਹ ਉਸ ਟ੍ਰੇਨਰ ਨੂੰ ਦੇਖੂਗਾ ਜਿਹੜਾ ਪਤਲੂ ਜਿਹਾ ਹੈਗਾ, ਢਿੱਡ ਜਿਹਾ ਨਿਕਲਿਆ ਹੋਇਆ, ਮੂੰਹ ਲਮਕਾਏ ਖਲੇ ਹੋਏ, ਜਾਂ ਉਹਨੂੰ ਦੇਖੂਗਾ ਜਿਹੜਾ ਪ੍ਰੋਪਰ ਸਟੈਂਡਸ ਐਂਡ ਪਰਸਨੈਲਿਟੀ, ਪਰਸੋਨਾ, ਲੁਕਸ. It is not just about how much body you have or how your body is. It is the overall persona. Do you think confidence matters? ਬਹੁਤ ਜ਼ਿਆਦਾ. ਤੇ confidence ਤਾਂ ਹੀ ਆਉਂਦਾ ਜੇ ਤੁਸੀਂ fit ਹੋ. Anything that is making you fulfilled can gain you confidence. Don't you think that, even if it's not looks? ਨਹੀਂ, ਦੇਖੋ ਕਿਤੇ ਨਾ ਕਿਤੇ ਇਹ ਨਾ ਜੇ ਆਪਾਂ ਕਹੀਏ Subjective ਹੋਗਾ ਥੋੜਾ. ਇਹ ਸਬਜੈਕਟਿਵ ਨਹੀਂ ਹੈਗਾ, ਇਹ ਬਹੁਤ ਸਟ੍ਰੇਟ ਫਾਰਵਰਡ ਹੈ. ਅਸੀਂ ਕਿਉਂ ਭੁਲੇਖੇ 'ਚ ਰਹੀਏ? ਕਿਹੜਾ ਦੁਨੀਆ 'ਚ ਬੰਦਾ ਹੋਊਗਾ ਜਿਹੜਾ ਕਹੂਗਾ ਕਿ ਬਈ ਮੇਰਾ ਜਿੰਨਾ ਮਰਜ਼ੀ ਢਿੱਡ ਹੋ ਜਾਏ ਮੈਨੂੰ ਫਰਕ ਨਹੀਂ. ਨਹੀਂ, ਐਵੇਂ ਤਾਂ ਨਹੀਂ ਹੁੰਦਾ ਹੋਏਗਾ, ਬਟ every man wants to have a good physique. Every girl wants to be in a good physique, right? But ਉਹ ਕੀ ਚੀਜ਼ ਹੈ, how important it is to them. That is the main ਮੁੱਦਾ. ਠੀਕ ਹੈ, ਹੁਣ ਕਈ ਦੇਖੋ ਮੈਂ ਇਹ ਚੀਜ਼ ਨਹੀਂ ਕਹਿ ਰਿਹਾ ਜੇ ਤੁਸੀਂ ਫਿਟ ਨਹੀਂ ਹੈਗੇ ਤੇ ਤੁਸੀਂ ਵਧੀਆ ਨਹੀਂ ਹੈਗੇ ਜਾਂ ਹੈਲਦੀ ਨਹੀਂ ਹੈਗੇ. ਬਹੁਤ ਸਾਰੇ ਇੱਦਾਂ ਦੇ ਲੋਕੀ ਆ, those who are healthy but they are internally fit. Okay. Right? So ਇਸ ਨੂੰ obsession ਨਾ ਬਣਾਓ. All I'm saying is ਕਿ if you're fit, it gives an edge in your personality. Yeah. Right? ਔਰਾ ਦੋ ਚੀਜ਼ਾਂ ਨਾਲ ਬਣਦਾ ਹੈ. ਔਰਾ ਇੱਕ ਤੁਹਾਡਾ ਫਿਜ਼ੀਕਲ ਅਪੀਅਰੈਂਸ ਨਾਲ ਬਣਦਾ ਹੈ. ਫਿਜ਼ੀਕਲ ਅਪੀਅਰੈਂਸ ਵਿੱਚ ਸਿਰਫ ਤੁਹਾਡੀ ਬੋਡੀ ਨਹੀਂ ਆਉਂਦੀ, ਹਾਊ ਯੂ ਆਰ ਸਟੈਂਡਿੰਗ, ਹਾਊ ਯੂ ਆਰ ਸਪੀਕਿੰਗ, ਰਾਈਟ, ਵਾਟ ਯੂਰ ਸਟੈਂਡਸ ਇਜ਼, ਹੈ ਨਾ, ਉਹ ਚੀਜ਼ ਮੈਟਰ ਕਰਦੀ ਹੈ. ਸੈਕਿੰਡ ਤੁਹਾਡੀ ਨੌਲੇਜ ਨਾਲ ਆਉਂਦਾ. ਸੋ ਜੇ ਨੌਲੇਜ ਵੀ ਹੋਗੀ, ਜੇ ਫਿਜ਼ੀਕਲ ਅਪੀਅਰੈਂਸ ਵੀ ਵਧੀਆ ਹੋਗੀ, ਤਾਂ ਤੁਹਾਡਾ ਕੀ ਔਰਾ ਬਣਦਾ? Plus. Yes. Do you have some insecurities inside you? ਇੱਕ ਟਾਈਮ ਤੇ ਸੀਗੀ about my nose. Okay. ਛੋਟੇ ਹੁੰਦੇ ਹਾਈਟ ਤੀ ਸੀਗੀ ਬਿਕਾਜ਼ ਆਈ ਵਾਸ ਹੈਵਿੰਗ ਥਾਇਰਾਇਡ, ਸੋ ਇੱਕ ਟਾਈਮ ਤੱਕ ਮੇਰੀ ਹਾਈਟ ਬਿਲਕੁਲ ਨਹੀਂ ਵੱਧ ਰਹੀ ਸੀ, ਸੋ ਉਹ ਹੋ ਗਿਆ ਸੀਗਾ. ਇਨਸਿਕਿਉਰਿਟੀਜ਼ ਹੋਰ ਤਾਂ ਨਹੀਂ ਰਹੀ Do you ਕੋਈ. think men hide insecurities but handle ਨਹੀਂ ਕਰਨਾ ਸਿੱਖਦੇ ਹਾਲੇ ਤੱਕ? ਨਹੀਂ, ਮੈਨੂੰ ਨਹੀਂ ਲੱਗਦਾ. Not about you, in a generalized way if we talk about this. ਦੇਖੋ ਮੈਂ ਉਹੀ ਕਹਿ ਰਿਹਾ ਨਾ, ਹੁਣ ਪੰਜਾਬੀ ਜਿਹੜੇ ਹੈਗੇ ਆ ਉਹ ਮਟੀਰੀਅਲਿਸਟਿਕਲੀ ਇੰਨੇ ਇਨਕਲਾਈਨ ਕਿਉਂ ਹੈ? ਰੀਜ਼ਨ ਹੈ ਲੈਸ ਆਫ ਐਂਬਿਸ਼ਨ, ਰਾਈਟ. ਆਈ ਐਮ ਨਾਟ ਕੈਟੇਗਰਾਈਜ਼ਿੰਗ ਇਟ. ਬਹੁਤ ਨਾਰਥ ਇੰਡੀਅਨਸ ਨੇ ਜਿਹੜੇ ਐਕਚੁਅਲ 'ਚ ਦੇ ਹੈਵ ਗੋਲ, ਦੇ ਹੈਵ ਐਂਬਿਸ਼ਨਸ, ਦੇ ਹੈਵ ਕਿ ਬਈ ਮੈਂ ਇਹ ਚੀਜ਼ ਕਰਨੀ ਹੈ, ਰਾਈਟ. ਬਟ ਉਹੀ ਚੀਜ਼ ਹੈ ਨਾ ਕਿ ਬਹੁਤ ਉਹਨੇ ਲੈਸ ਆਫ intellectualism ਜਾਂ less of intellect I see in North Indians. Cheat meal is happiness or guilt? Cheat meal, ਦੇਖੋ cheat meal ਇਹ ਨਹੀਂ ਹੁੰਦਾ ਕਿ ਤੁਸੀਂ ਹਫਤੇ 'ਚ ਇੱਕ ਦਿਨ ਖਾ ਰਹੇ ਹੋ, that is a cheat meal. Cheat meal ਦਾ ਨਾ ਇੱਕ ਹੋਤਾ, cheat meal is you are eating clean for like 3-4 weeks. ਫਿਰ ਤੁਸੀਂ ਇੱਕ ਚੀਜ਼ ਖਾ ਰਹੇ ਹੋ, that is a cheat meal. And for beginners even? For beginners even. Okay. ਹੁਣ ਚੀਟ ਮੀਲ 'ਚ ਵੀ ਇਹ ਹੈ ਨਾ, ਮੇਰੇ ਲਈ ਚੀਟ ਮੀਲ ਹੈਗਾ ਮੰਮੀ ਦੇ ਹੱਥ ਦੇ ਆਲੂ ਦੇ ਪਰੌਂਠੇ, ਰਾਈਟ. ਮੇਰੇ ਲਈ ਚੀਟ ਮੀਲ ਹੈਗਾ ਪ੍ਰੋਟੀਨ ਬਾਰ ਖਾ ਲਈ, ਰਾਈਟ. ਉਹ ਚੀਜ਼ ਹੈ.
ਹੁਣ ਚੀਟ ਮੀਲ ਕਿਸ ਲੈਵਲ ਆਫ ਚੀਟ ਮੀਲ ਹੈ ਉਹ ਚੀਜ਼ ਮੈਟਰ ਕਰਦੀ ਹੈ। Do you think ajkal AI is helping a lot in making this diet charts and putting up the reports and they're giving you proper as per your reports charts? ਤਾਂ ਕਿਤੇ ਤੁਹਾਡੇ professionally threat ਹੈ? ਇਹ ਚੀਜ਼ ਨਾ ਬਹੁਤ ਮੈਂ ਐਗਰੀ ਨਹੀਂ ਕਰੂੰਗਾ ਬਿਕਾਜ਼ ਪਤਾ ਕੀ ਹੈ ਹੁਣ ਜਿਵੇਂ ਮੈਂ ਆਈ ਨੋ ਯੂ ਹਾਈਪੋਥੈਟਿਕਲੀ ਤੁਸੀਂ ਮੇਰੇ ਤੋਂ 2 ਸਾਲ ਤੋਂ ਟ੍ਰੇਨਿੰਗ ਕਰ ਰਹੇ ਹੋ। ਆਈ ਨੋ ਯੋਰ ਡਾਈਜੈਸ਼ਨ, ਆਈ ਨੋ your metabolic rate, I know about your personal life, I know ki what's your schedule, I know ਤੁਸੀਂ emotionally ਕਿੰਨੇ stable ਹੈਗੇ ਹੋ, right? ਉਹ ਚੀਜ਼ਾਂ AI ਨੂੰ ਨਹੀਂ ਪਤਾ। ਠੀਕ ਹੈ, ਕਦੇ ਕਦਾਰ ਸਾਨੂੰ ਨਾ ਵਿੱਚ ਨੂੰ ਜਿਵੇਂ ਤੁਸੀਂ ਚੀਟ ਮੀਲ ਦੇਣੇ ਪੈਂਦੇ just to regulate good hormones, right? ਹੁਣ ਸਾਨੂੰ ਇਹ ਵੀ ਬੈਲੈਂਸ ਆਊਟ ਕਰਨਾ ਹੁੰਦਾ ਕਿ ਚੀਟ ਮੀਲ ਉਸ ਹਿਸਾਬ ਨਾਲ ਦੇਈਏ ਕਿ ਇਹਨਾਂ ਦੀ ਟ੍ਰਾਂਸਫੋਰਮੇਸ਼ਨ ਰਿਵਰਸ ਨਾ ਹੋਵੇ। ਰਾਈਟ, ਹੁਣ ਇਹ ਸਾਰੀ ਟੈਕਨੀਕੈਲਿਟੀਜ਼ ਜਾਂ ਇਹ ਸਾਰੀ ਬਰੀਕੀਆਂ ਜਿਹੜਾ ਹੈ ਉਹ ਇਹ ਨਹੀਂ ਕਰੂਗਾ। ਉਹਨੇ ਤੁਹਾਡੇ BMR ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਇੱਕ ਡਾਈਟ ਪਲਾਨ ਫੜਾ ਦੇਣਾ ਕਿ ਬਈ ਇਹ ਖਾ ਲਓ। ਪੀਪਲ ਲਵ ਦ ਰਿਜ਼ਲਟਸ ਨਾਟ ਦ ਪ੍ਰੋਸੈਸ, ਇਸ ਤੇ ਤੁਹਾਡਾ ਕੀ ਕਹਿਣਾ? ਕਿਉਂਕਿ ਉਹ ਪ੍ਰੋਸੈਸ ਹੀ ਰਿਜ਼ਲਟ ਨੂੰ ਲੈ ਕੇ ਸਟਾਰਟ ਕਰਦੇ, ਬਟ ਉਹ ਪ੍ਰੋਸੈਸ ਨੂੰ ਪਿਆਰ ਨਹੀਂ ਕਰ ਸਕਦੇ। ਉਹਦੇ ਵਾਸਤੇ ਕੋਈ escape, easy escape for you? Easy escape is when it comes to result ਨਾ ਛੋਟਾ ਟਾਰਗੇਟ ਲੈ ਕੇ ਚੱਲੋ। ਆਪਾਂ ਜੇ ਕੋਈ ਬੰਦਾ 100 ਕਿਲੋ ਦਾ ਹੈ ਉਹ ਟਾਰਗੇਟ ਲੈ ਕੇ ਚੱਲ ਰਿਹਾ ਕਿ ਬਈ ਮੈਂ 65 ਕਿਲੋ ਦਾ ਹੋ ਜਾਊਂਗਾ। ਤੁਹਾਡੇ ਕੋਲ ਅਟੇਨੇਬਲ ਗੋਲਸ ਵਾਲੇ ਲੋਕ ਆਉਂਦੇ ਹੈ ਕਿ ਇਦਾਂ ਹਾਈਪੋਥੈਟੀਕਲ ਗੋਲਸ ਵਾਲੇ ਵੀ ਆਉਂਦੇ? ਦੋਨੋਂ ਤਰੀਕੇ ਦਾ ਹੈ। ਈਜ਼ੀ ਟੂ ਮੈਨੇਜ ਬੋਥ? ਯੈਸ, ਆਈ ਹੈਵ ਕਲਾਇੰਟਸ ਜਿਹੜੇ ਕਹਿੰਦੇ ਕਿ ਸਰ ਮੇਰੇ ਆਈ ਨੋ ਕਿ ਜਿਹੜਾ ਮੇਰਾ ਗੋਲ ਹੈ ਉਹਦੇ ਵਿੱਚ 2-2.5 ਸਾਲ ਲੱਗਣੇ, 2-2.5 ਸਾਲ ਮੈਂ ਤੁਹਾਡੇ ਨਾਲ ਹੀ ਹਾਂ। ਮਤਲਬ ਵੈਲ ਅਵੇਅਰ ਹੋ ਕੇ? ਯੈਸ। ਹੁਣ ਕੋਈ ਲੋਕੀ ਕਹਿੰਦੇ ਕਿ ਸਰ ਸਾਡਾ 16 ਇੰਚ ਦਾ ਡੋਲਾ ਬਣਾ ਦਿਓ 2 ਮਹੀਨੇ 'ਚ। ਉਹ ਤਾਂ ਚਲੋ ਓਬਵੀਅਸਲੀ ਨਹੀਂ ਪੋਸੀਬਲ ਨਾ। Even if they do hardest of training and yes, diet. Yes. ਉਹ ਚੀਜ਼ ਹੈ, body ਹੈ, it takes time. What do you think ਅੱਜ ਦੇ ਟਾਈਮ ਜ਼ਿਆਦਾਤਰ ਲੋਕ ਜਿਮ ਫਿਜ਼ੀਕਲੀ ਫਿਟ ਹੋਣ ਆਉਂਦੇ ਹੈ ਕਿ ਮੈਂਟਲ ਐਸਕੇਪ ਲਈ ਆਉਂਦੇ ਹੈ? Both categories ਹੈ, ਮਤਲਬ I can say 50. Have you seen any shift like ਪਹਿਲੇ ਟਾਈਮ ਤੇ ਹੁਣ ਇਸ ਕੈਟੇਗਰੀ ਦਾ? ਜਿਹੜਾ ਯੰਗਸਟਰਸ ਨੇ ਉਹ ਜਿਮ ਆ ਰਹੇ ਨੇ ਕਿ ਬਈ ਅਸੀਂ ਵਧੀਆ ਦਿਖਣ, ਮੁੰਡੇ ਆ ਰਹੇ ਨੇ ਵਧੀਆ ਬੋਡੀ ਚਾਹੀਦੀ ਹੈ, ਕੁੜੀਆਂ ਆ ਰਹੇ ਨੇ ਵਧੀਆ ਫਿਜ਼ੀਕ ਚਾਹੀਦਾ, which is good. ਠੀਕ ਹੈ, ਕਈ ਲੇਡੀਜ਼ ਇੱਦਾਂ ਦੀ ਆ ਰਹੀਆਂ ਜਿਨ੍ਹਾਂ ਦੀ ਹੋਰ ਕੋਈ ਸੋਸ਼ਲ ਲਾਈਫ ਹੈ ਹੀ ਨਹੀਂ ਅਪਾਰਟ ਫਰਮ ਜਿਮ, so it is an escape for them. You are categorizing this especially for women for mental escape? Yes. Not men come for this? नहीं, क्योंकि वो ना ऑफिस तो बाद अपने यार दोस्त ना एटलीस्ट दे गो आउट, if they are going to the office they are going out. You are especially talking about married women? Yes, housewives. Okay. ठीक है, तो मैं different genres बारे दस रहा। ठीक है, फिर उस तो बाद कई इदा दे भी ने ਜਿਹੜੇ 55-60 plus ਨੇ, they are coming for healthy longevity, right? So different genres ਨੇ। ਤੁਹਾਡੇ ਕੋਲ ਕਿੰਨੇ % ਲੋਗ 90% ਡੈਮੇਜ ਤੋਂ ਬਾਅਦ ਡੈਮੇਜ ਕੰਟਰੋਲ ਕਰਾਉਣ ਆਉਂਦੇ ਆ? 70%, 60-70%। ਬਿਗ ਨੰਬਰ। ਤੇ ਕੀ ਪੀਸ ਆਫ ਐਡਵਾਈਸ ਤੁਸੀਂ ਉਹ ਆਡੀਅנס ਨੂੰ ਦੇਣਾ ਜੋ ਹਾਲੇ ਤੱਕ ਵੀ ਆਪਣੀ ਹੈਲਥ ਨੂੰ ਸੀਰੀਅਸਲੀ ਨਹੀਂ ਲੈ ਰਹੇ ਹਨ? ਮੈਂ ਇਹ ਚੀਜ਼ ਕਹੂੰਗਾ ਕਿ ਬਈ ਤੁਸੀਂ ਮਤਲਬ ਗਿਵਿੰਗ ਮਨੀ ਟੂ ਯੋਰ ਟ੍ਰੇਨਰ ਇਜ਼ ਐਨ ਇਨਵੈਸਟਮੈਂਟ, ਗਿਵਿੰਗ ਮਨੀ ਟੂ ਅ ਡਾਕਟਰ ਇਜ਼ ਐਕਸਪੈਂਸ, ਰਾਈਟ? ਓਬਵੀਅਸਲੀ ਕਈ ਬਿਮਾਰੀਆਂ ਹੈਗੀਆਂ ਜਿਵੇਂ ਕੈਂਸਰ ਹੋ ਗਿਆ, ਓਬਵੀਅਸਲੀ ਉਹ ਡਾਕਟਰਸ ਹੀ ਕਰ ਸਕਦੇ ਨੇ, ਉਹ ਟ੍ਰੇਨਰਸ ਨਹੀਂ ਕਰ ਸਕਦੇ, ਰਾਈਟ? ਬਟ 90% ਜਿਹੜੀ ਚੀਜ਼ ਹੈ ਨਾ ਉਹ ਇਫ ਯੂ ਆਰ ਅੰਡਰ ਅ ਵੈਲ ਨੋਲੇਜੇਬਲ ਐਜੂਕੇਟਿਡ ਟ੍ਰੇਨਰ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਊਗੀ। Do you think ਕਿ ਕਈ ਵਾਰ ਜਿਮ ਟ੍ਰੇਨਰ ਨੂੰ ਇੱਕ ਸਾਈਕੋਲੋਜਿਸਟ ਦਾ ਵੀ ਰੋਲ ਪਲੇ ਕਰਨਾ ਪੈਂਦਾ? Yes. And is it like everybody doing? Not everybody. And ਇਹ ਜ਼ਰੂਰੀ ਹੈ like for every gym trainer to be like that? It is because you need to know your client, not just the body. When what failures does this thing only brings into the person's training period and everything? ਅਗਰ ਉਹ ਸਾਈਕੋਲੋਜੀਕਲੀ ਨਹੀਂ ਬੈਠ ਰਿਹਾ, ਕਲਾਇੰਟ ਨਹੀਂ ਰਹਿੰਦਾ ਤੁਹਾਡੇ ਨਾਲ। You felt that anyway? ਕਦੇ ਤੁਹਾਡੇ ਵਿੱਚ ਹੋਇਆ ਇਹਦਾ? ਮੈਂ ਸੱਚੀ ਕਹਾਂ ਟਚਵੁੱਡ ਮੈਂ ਹਮੇਸ਼ਾ ਕਨੈਕਟ ਹੋਇਆ ਕਲਾਇੰਟ ਨਾਲ, ਬਿਕਾਜ਼ this is a profession which is chosen by me, so I turned on my passion into profession, so I do it with whole my heart, right? मैं एक opportunity लेना if someone comes to me for changing her or changing him, वो चीज़ है।
ਜੇ ਕੋਈ ਅੱਜ ਆਪਣੀ ਫਿਜ਼ੀਕਲ ਟਰਾਂਸਫਾਰਮੇਸ਼ਨ ਜਰਨੀ ਸਟਾਰਟ ਕਰਨਾ ਚਾਹੁੰਦਾ, ਵਨ ਪੀਸ ਆਫ ਐਡਵਾਈਸ ਟੂ them, ਕਿਸ ਤੋਂ ਸਟਾਰਟ ਕਰਨ? ਦੇਖੋ ਸਭ ਤੋਂ ਪਹਿਲਾਂ ਤਾਂ ਡਾਈਟ ਨਾ ਸਟਾਰਟ ਕਰੋ, ਡਾइट ना स्टार्ट करो, डाइट ना स्टार्ट करो, पर्टिकुलर डाइट ना स्टार्ट करो, क्लीन खाना खाओ। व्हाट इज योर डेफिनेशन ऑफ क्लीन फूड? क्लीन फूड इज मैदा मीठा फ्राइड नहीं खाना, मैदा मीठा फ्राइड नहीं खाना, नहीं खाना। राइट, रॉ वेजीज खानी है पूरे दिन च एक बार, एनीथिंग, इवन फ्रूट्स और वेजीज, एनीथिंग एनीथिंग एनीथिंग, ठीक है। जिन्नी की भुख हैगी है ਉਹਦਾ 50 ਤੋਂ 60% ਖਾਓ, ओके, ਰਾਈਟ। ਬਿਕਾਜ਼ ਅਸੀਂ ਆਪਣੀ ਬੋਡੀ 'ਚ ਜੋ ਪਾ ਰਹੇ ਉਹ ਮੈਟਰ ਨਹੀਂ ਕਰਦਾ, ਸਾਡੀ ਬੋਡੀ ਕਿੰਨਾ ਐਬਜ਼ੌਰਬ ਕਰ ਰਹੀ ਹੈ ਉਹ ਮੈਟਰ ਕਰਦਾ। लिविंग अ रूम फॉर डाइजेशन, लाइक, ਯੈਸ, ओके, दैट इज द फर्स्ट स्टेप, लाइक इफ somebody has to do। एंड व्हाट इफ कोई बंदा डाइट नहीं फॉलो करता, सिर्फ जिम जाना स्टार्ट कर दे या एक्सरसाइज करना स्टार्ट कर दे? ਦੇਖੋ ਉਹ ਕਿਸ ਲੈਵਲ ਤੇ ਉਹ ਮੈਟਰ ਕਰਦਾ ਹੈ। ਹੁਣ ਜਿਵੇਂ ਕੋਈ ਯੰਗਸਟਰ ਹੈ, ਜੇ ਉਹ ਦਾਲ ਰੋਟੀ ਸਬਜ਼ੀ ਖਾ ਰਿਹਾ, ਹਫਤੇ 'ਚ ਇੱਕ ਵਾਰ ਬਾਹਰ ਖਾ ਰਿਹਾ ਤੇ ਜਿਮ ਨਹੀਂ ਜਾ ਰਿਹਾ, ਹੁਣ ਉਹਨੇ ਕੀ ਕਰਿਆ, ਉਹਨੇ ਇੱਕ ਚੀਜ਼ ਐਡ ਔਨ ਕਰਤੀ, ਦੈਟ ਇਜ਼ ਡੂਇੰਗ ਫਿਜ਼ੀਕਲ ਵਰਕਆਊਟ। ਓਬਵੀਅਸਲੀ ਸਾਰਾ ਕੁਝ ਸੇਮ ਹੈ, ਬਟ ਇੱਕ ਪੋਜ਼ਿਟਿਵ ਚੀਜ਼ ਐਡ ਕਰਤੀ, ਥੋੜਾ ਇਫੈਕਟ ਪਊਗਾ, ਥੋੜਾ ਰਿਜ਼ਲਟ ਆਊਗਾ, ਠੀਕ ਹੈ। ਹੁਣ ਰਿਜ਼ਲਟ ਆਇਆ, ਇੱਕ ਟਾਈਮ ਤੋਂ ਬਾਅਦ ਰੁਕ ਜਾਏਗਾ, एक टाइम बाद रुक जाएगा, ਰਿਜ਼ਲਟ ਆਣਾ, ਠੀਕ ਹੈ। ਤਦ ਫਿਰ ਬੰਦੇ ਨੂੰ ਥੋੜਾ ਜਿਹਾ ਡਾਈਟ ਕੌਨਸ਼ੀਅਸ ਹੋਣਾ ਪਊਗਾ। ਸੋ ਇਟ ਇਜ਼ ਅ ਗ੍ਰੈਜੂਅਲ ਪ੍ਰੋਸੈਸ, ਉਹ ਚੀਜ਼ ਹੈ। ਸੋ ਮੈਂ ਕਿਹਾ ਨਾ ਡਾइट ਨਾ ਕਰੋ ਐਜ਼ ਇਨ ਇੱਕ ਪਰਟੀਕੂਲਰ ਡਾइट ਨਾ ਫੋਲੋ ਕਰੋ। ਜਦ ਤੁਸੀਂ ਇੱਕਦਮ ਨੋਰਮਲ ਖਾਣੇ ਤੋਂ ਜੋ ਤੁਸੀਂ ਖਾ ਰਹੇ ਹੋ ਇੱਕਦਮ ਪਰਟੀਕੂਲਰ ਡਾइट ਤੇ ਆਉਂਦੇ ਹੋ ਨਾ, ਉਹ ਚੀਜ਼ ਸਸਟੇਨ ਨਹੀਂ ਕਰਦੀ। ਬੋਡੀ ਨੂੰ ਕੁਝ ਅਜੀਬ ਲੱਗਦਾ, ਮਤਲਬ ਨਹੀਂ, ਬੋਡੀ ਨੂੰ ਅਜੀਬ ਨਹੀਂ ਲੱਗਦਾ, ਉਹ ਤੁਸੀਂ 2 ਹਫ਼ਤੇ ਕਰ ਲਓਗੇ, 3 ਹਫ਼ਤੇ ਕਰ ਲਓਗੇ, ਉਸ ਤੋਂ ਬਾਅਦ ਮੈਂਟਲ ਪੀਸ ਵੀ ਤਾਂ ਚਾਹੀਦਾ ਹੈ। ਟਰਾਂਸਫੋਰਮੇਸ਼ਨ ਸਿਰਦਰਦੀ ਨਹੀਂ ਹੋਣੀ ਚਾਹੀਦੀ ਕਿ ਇਹ ਨਹੀਂ ਖਾਣਾ, ਉਹ ਨਹੀਂ ਕਰਨਾ, ਇਹ ਨਹੀਂ ਕਰਨਾ, ਰਾਈਟ। ਇਟ ਸ਼ੁੱਡ ਬੀ ਕਿ ਬਈ ਹੌਲੀ ਹੌਲੀ ਦੇਖੋ ਇੱਕਦਮ ਬੰਦਾ ਇੰਨਾ ਡਿਸਪਲਿਨ 'ਚ ਨਹੀਂ ਆਉਂਦਾ। ਈਵਨ ਪ੍ਰੋਫੈਸ਼ਨਲ ਐਥਲੀਟਸ ਅਰਲੀਅਰ ਯੂ ਨੋ, ਤੁਸੀਂ ਪਹਿਲੇ ਸਾਲ ਦੂਜੇ ਸਾਲ ਜੇ ਆਪਾਂ ਹੈਗੇ ਆ, ਉਹ ਮਾਈਂਡਸੈਟ ਨਹੀਂ ਹੋਗਾ ਜਿਹੜਾ ਇੱਕ 10 ਸਾਲ ਪੁਰਾਣੇ ਐਥਲੀਟ ਦਾ ਹੋਗਾ। ਸੋ ਹਰ ਇੱਕ ਚੀਜ਼ ਤੇ ਇਹ ਚੀਜ਼ ਅਪਲਾਈ ਕਰਤੀ ਹੈ। ट्रांसफॉर्मेशन डेस्टिनेशन नहीं, लाइफ लॉन्ग रिस्पॉन्सिबिलिटी हो जाती है। इट शुड बी लाइफस्टाइल, वो चीज़ है। और मेरे बहुत क्लाइंट्स ने ਜਿਹੜੇ ਗੋਲ ਕੁਝ ਹੋਰ ਲੈ ਕੇ ਆਏ ਸੀ, ਅੱਜ ਦੀ ਡੇਟ 'ਚ ਉਹ ਗੋਲ ਅਚੀਵ ਕਰੇ ਉਹਨਾਂ ਨੂੰ 2 ਸਾਲ ਹੋ ਗਏ। ਇੱਕ ਮੇਰੇ ਕਲਾਇੰਟ ਸੀਗੇ, ਸੋ ਉਹਨਾਂ ਦਾ ਦੂਜੇ ਫਲੋਰ ਤੱਕ ਚੜ੍ਹਦੇ ਸੀ, ਪੰਪ ਯੂਜ਼ ਕਰਦੇ ਸੀ। ਸ਼ੀ ਵਾਜ਼ ਹੈਵਿੰਗ ਐਸਥਮਾ, ਰਾਈਟ, ਵੈਰੀ ਹਿਊਜ। ਹੁਣ ਉਹਨਾਂ ਨੂੰ ਚਲ 8-9-10 ਮਹੀਨੇ ਲੱਗੇ ਸੀ ਟੋਟਲ, ਤੇ ਟ੍ਰਾਂਸਫੋਰਮੇਸ਼ਨ ਹੋਈ, ਰਾਈਟ, ਵਧੀਆ ਫਿਜ਼ਿਕ ਬਣ ਗਈ, ਪ੍ਰੋਪਰ ਐਵਰੀਥਿੰਗ, ਔਰ ਲਾਈਕ ਕੁਝ ਕੱਟ ਕਰਕੇ ਗ੍ਰੈਜੂਅਲੀ, ਰਾਈਟ। ਹੁਣ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਪੰਪ ਕਿੱਥੇ ਹੈ। ਹੁਣ ਜਦ ਉਹ ਸਟੇਜ ਆ ਗਿਆ, ਉਸ ਤੋਂ ਬਾਅਦ ਸ਼ੀ ਵਾਜ਼ ਲਾਈਕ ਕਿ ਅਰਸਰ ਹੁਣ ਤਾਂ ਮੈਂ ਐਬਸ ਬਣਾਣੇ। ਓਕੇ, ਸੋ ਗੋਲ ਸ਼ਿਫਟ ਹੋ ਜਾਂਦਾ। ਪਹਿਲਾਂ ਮਤਲਬ ਇੱਕ ਹੈਲਦੀ ਹੋਣ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਮਿਨੀਮਮ 1 ਸਾਲ ਆਪਾਂ ਕਹਿ ਲਈਏ ਕਿ ਦੇਣਾ ਹੀ ਪਏਗਾ। ਯੈਸ, ਬਟ ਯੂ ਗਾਰੰਟੀ ਕਿ 1 ਸਾਲ ਅਗਰ ਤੁਸੀਂ ਫੋਲੋ ਕੀਤਾ, ਯੂ ਕੈਨ ਗੈਟ ਹੈਲਦੀ ਐਟਲੀਸਟ। ਜਿਵੇਂ ਤੁਸੀਂ ਹੋ, ਠੀਕ ਆ, ਇਹਨਾਂ ਉੱਪਰ ਰਿਕਾਰਡ ਨਹੀਂ ਪਾਣਾ। ਜੇ ਤੁਸੀਂ 6 ਮਹੀਨੇ ਇੱਕ ਡੈਡੀਕੇਸ਼ਨ ਨਾਲ, ਡੈਡੀਕੇਸ਼ਨ ਡਜ਼ਨਟ ਮੀਨ ਕਿ ਸਟ੍ਰਿਕਟ ਡਾਈਟ, ਡੈਡੀਕੇਸ਼ਨ ਹੀ ਜੋ ਮੈਂ ਨਾਰਮਲੀ ਕਹਿੰਦਾ, ਬਾਹਰ ਦਾ ਅਵੋਇਡ ਕਰੋ, ਮਿੱਠਾ ਅਵੋਇਡ ਕਰੋ, ਹੈ ਨਾ, ਮੈਦਾ ਅਵੋਇਡ ਕਰੋ, ਫਰਾਈਡ ਅਵੋਇਡ ਕਰੋ, ਰੈਗੂਲਰ ਐਕਸਰਸਾਈਜ਼ ਕਰੋ। ਜੇ ਬੰਦਾ ਇਹ ਸਾਰਾ ਕੁਝ ਨਹੀਂ ਖਾ ਰਿਹਾ ਐਂਡ ਰੋਜ਼ ਪਸੀਨਾ ਬਾਹਰ ਰਿਹਾ, ਰਾਈਟ, ਓਬਵੀਅਸਲੀ ਫਿਟ ਹੋਗਾ। ਹਾਊ ਮੈਨੀ ਟਾਈਮਸ ਅ ਵੀਕ ਜਿਮ ਮੈਂਡੇਟ ਹੈ ਮਿਨੀਮਮ, ਆਪਾਂ ਜੇ ਕਿਸੇ ਨੇ ਬਿਗਨਰ ਨੇ ਸਟਾਰਟ ਕਰਨਾ ਹੈ? I won't say gym, but physical activity, cardio even, we can say walking or anything. देखो 4 to 5 days is more than enough. 4 to 5 days मतलब यानी कि रेगुलर हर दिन करना भी नहीं है, ਤੁਸੀਂ at least 4 days ਵੀ minimum show ਕਰੋ, but show up. Yes, but ਜੇ ਤੁਸੀਂ ਲਾਈਫਸਟਾਈਲ ਬਣਾਉਣਾ ਹੈ, ਤੁਹਾਨੂੰ ਉਹ ਰੂਟੀਨ ਬਣਾਉਣਾ ਪੈਣਾ। ਅੱਛਾ, ਇੱਕ ਬਹੁਤ ਹੈ ਜਿਹਾ ਵੀ ਮਿੱਥ ਹੈ ਕਿ ਮਾਰਨਿੰਗ 'ਚ ਜਿਮ ਕਰਨਾ ਚਾਹੀਦਾ ਹੈ, ਰਾਤ ਨਹੀਂ ਕਰਨਾ ਚਾਹੀਦਾ, ਰਾਤ ਨਹੀਂ ਕਰਨਾ ਚਾਹੀਦਾ। ਨਹੀਂ ਹੈ ਉਹ ਤਾਂ, ਮਤਲਬ ਕੋਈ ਐਜ਼ ਅ ਬੈਨੀਫਿਟ ਹੈ ਦਿਨ ਰਾਤ 'ਚ ਕਰਨ ਦਾ? ਦੇਖੋ ਦਿਨ 'ਚ ਇਹ ਹੈਗਾ ਕਿ ਅਸੀਂ ਖਾਲੀ ਢਿੱਡ ਆਉਂਦੇ ਹਾਂ, एनर्जी प्रोडक्शन जो है वो फैट सेल्स ਨੂੰ ब्रेक डाउन करके ਹੁੰਦੇ, ਬਿਕਾਜ਼ ਆਪਾਂ ਕੁਝ ਖਾਦਾ ਨਹੀਂ ਹੁੰਦਾ, ਸਾਡੇ ਗਲਾਈਕੋਜਨ ਲੈਵਲਸ ਡਿਪਲੀਟਡ ਹੁੰਦੇ ਨੇ। એનર્ਜੀ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਫੈਟ ਸੈਲ ਬ੍ਰੇਕ ਡਾਊਨ ਕਰਕੇ ਹੁੰਦੀ ਹੈ। ਸੋ ਕਿਤੇ ਨਾ ਕਿਤੇ ਇਟ ਇਜ਼ ਮੋਰ ਇਫੈਕਟਿਵ। ਆਪਾਂ ਕਹਿੰਦੇ ਨੇ ਫਾਸਟਡ ਕਾਰਡੀਓ, ਖਾਲੀ ਸੇਮ ਸਾਇੰਸ ਹੈ। ਸੋ that is more effective when it comes to reducing fat ਸਵੇਰੇ, because ਖਾਲੀ ਢਿੱਡ ਆ ਰਹੇ, right? But
ਉਹਦਾ ਇੱਕ ਹੋਰ ਇਹ ਹੈਗਾ ਕਿ ਜੇ ਕਿਸੇ ਨੂੰ ਮਸਲ ਬਿਲਡ ਕਰਨਾ ਹੈ ਜਾਂ ਫਿਰ ਕੁਝ ਫਿਜ਼ੀਕਲ ਐਕਟੀਵਿਟੀ ਹਾਰਡਕੋਰ ਕਰਨੀ ਹੈ ਨਾ, ਹੁਣ એનર્ਜੀ ਨਹੀਂ ਹੈਗੀ, ਰਾਈਟ, ਸੋ ਹੀ ਔਰ ਸ਼ੀ ਨੀਡਸ ਟੂ ਹੈਵ ਸਮਥਿੰਗ ਬਿਫੋਰ ਦ ਜਿਮ, ਉਹ ਚੀਜ਼ ਹੈ। ਸੋ ਅਲੱਗ-ਅਲੱਗ ਚੀਜ਼ਾਂ ਨੇ, ਸ਼ਾਮ ਵੀ ਕਰ ਸਕਦੇ ਹੋ, ਸਵੇਰ ਵੀ ਕਰ ਸਕਦੇ ਹੋ, ਜਿਵੇਂ ਤੁਹਾਨੂੰ ਸੂਟ ਕਰਦਾ, ਰਾਈਟ। ਹੁਣ ਜੇ ਮੈਂ ਕਹਾਂ ਯਾਰ ਤੁਹਾਡਾ ਆਫਿਸ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 6 ਵਜੇ ਤੱਕ ਹੈ, ਸਾਰਾ ਦਿਨ ਤੁਸੀਂ ਆਫਿਸ ਲਾ ਲਿਆ, ਹੁਣ 7 ਵਜੇ ਬੰਦਾ ਥੱਕ ਹਾਰ ਕੇ ਜਿਮ ਆ ਕੇ ਕਿਵੇਂ ਵਰਕਆਊਟ ਕਰ ਲੂਗਾ, એનર્ਜੀ ਲੈਵਲਸ ਆਰ ਡ੍ਰੌਪਡ। ਆਬਵੀਅਸਲੀ ਕੋਈ ਸਟਿਮੂਲੈਂਟ ਲਊਗਾ ਜਾਂ ਕਾਫੀ ਲਊਗਾ ਸਟਰੋਂਗ, ਜਾਂ ਫਿਰ ਕੋਈ ਪ੍ਰੀ ਵਰਕਆਊਟ ਲਊਗਾ, ਐਨੀਥਿੰਗ, ਰਾਈਟ, ਐਨੀ ਸਟਿਮੂਲੈਂਟ, ਰਾਈਟ। ਹੁਣ ਜੇ ਉਹ ਲਊਗਾ ਆਬਵੀਅਸਲੀ ਉਹਦੀ ਸਲੀਪ ਖਰਾਬ ਹੋਊਗੀ। ਸੋ ਉਸ ਤਰੀਕੇ ਦੇ ਨਾਲ ਆਈ ਵਿਲ ਸੁਜੈਸਟ ਕਿ ਮਾਰਨਿੰਗ ਕਰ, ਆਪਣਾ ਮੀਲ ਲੈ, ਤਿਆਰ ਤਿਉਰ ਹੋ ਕੇ ਆਫਿਸ ਜਾ, ਗॉट ਇਟ, ਰਾਈਟ। ਸੋ ਉਹਦਾ ਲਾਈਫ ਸਟਾਈਲ ਕੀ ਹੈ, ਉਹਦੀ ਲਾਈਫ ਕਿਸ ਹਿਸਾਬ ਨਾਲ ਚੱਲ ਰਹੀ ਹੈ, ਠੀਕ ਹੈ, ਉਹਦਾ ਡੇਲੀ ਰੂਟੀਨ ਕੀ ਹੈਗਾ, ਉਹ ਡਿਫਰੈਂਟ ਬੰਦਿਆਂ ਦਾ ਡਿਫਰੈਂਟ ਉਸ 'ਚ ਫਿਟ ਬੈਠਦਾ। ਗॉट ਇਟ। ਅਰਸ਼, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਵਨ ਕੀ ਟੇਕ ਅਵੇ ਫਰੋਮ ਅੱਜ ਦੀ ਕਨਵਰਸੇਸ਼ਨ ਤੋਂ ਜੋ ਤੁਸੀਂ ਆਡੀਅנס ਨੂੰ ਦੇਣਾ ਚਾਹੋ? ਦੇਖੋ, ਲਾਈਕ ਫਿਟਨੈਸ ਨੂੰ ਲੈ ਕੇ ਜਾਂ anything that ਤੁਹਾਨੂੰ ਲੱਗਦਾ, anything in life, in fitness, anything you want to say to people that please take this with you from this podcast? Okay, first you need to know what your aim is, what your goals are, ਤਾਂ ਹੀ ਤੁਸੀਂ ਉਹਨਾਂ 'ਤੇ ਕੰਮ ਕਰ ਪਾਓਗੇ। Secondly, don't run after money, run after being capable and acquiring knowledge about that particular field. Third, family ਨੂੰ time ਦਿਓ, that is the real richness, ਠੀਕ ਆ। ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਕਿ ਇਮੋਸ਼ਨਲ ਸਟੇਬਿਲਿਟੀ ਤੁਹਾਡੀ ਫੈਮਿਲੀ ਦੇ ਨਾਲ ਹੀ ਆਉਂਦੀ ਹੈ, ਰਾਈਟ। ਫੋਰਥ, ਬਸ ਖਾਓ ਪੀਓ, ਤਗੜੇ ਹੋ, ਵੈਰੀ ਇੰਪੋਰਟੈਂਟ। ਅੱਜ ਦੀ ਕਨਵਰਸੇਸ਼ਨ ਸਿਰਫ ਬੋਡੀ ਬਿਲਡਿੰਗ, ਫਿਟਨੈਸ ਜਾਂ ਇਹ ਸਭ ਚੀਜ਼ਾਂ ਬਾਰੇ ਨਹੀਂ ਸੀਗੀ। ਇਟ ਵਾਸ ਮੋਰ ਆਫ ਅਬਾਊਟ ਕੰਸਿਸਟੈਂਸੀ, ਡਿਸਿਪਲਿਨ ਕਿਵੇਂ ਬਿਲਡ ਕਰਨਾ ਹੈ, ਕੌਨਫੀਡੈਂਸ ਕਿਵੇਂ ਲਿਆਉਣਾ ਹੈ, ਗੋਲਸ, ਫੈਮਿਲੀ, ਐਵਰੀਥਿੰਗ। ਥੈਂਕ ਯੂ ਸੋ ਮਚ ਅਰਸ਼ ਫॉर कमिंग टू मुस्कान स्पीक्स। ਥੈਂਕ ਯੂ, ਪਲੇਜ਼ਰ।